नमस्कार दोस्तों, स्वागत है आपका हमारे YouTube चैनल एग्ज़ाम प्रिपरेशन पर। आज का सेशन शुरू करने से पहले यदि आप हमारे चैनल पर नए हैं तो हमारा चैनल सब्सक्राइब करें, वीडियो को लाइक करें, शेयर करें और बेल बटन को प्रेस करना ना भूलें। ਅੱਜ ਦੇ ਇਸ ਸੈਸ਼ਨ ਦੇ ਵਿੱਚ ਆਪਾਂ ਦੋ ਟੌਪਿਕ ਕਰਾਂਗੇ। ਪਹਿਲਾ ਟੌਪਿਕ ਹੈਗਾ ਜੀ ਸੁਪਰੀਮ ਕੋਰਟ ਤੇ ਦੂਸਰਾ ਟੌਪਿਕ ਹੈਗਾ ਹਾਈ ਕੋਰਟ। ਚੱਲਦੇ ਹਾਂ ਜੀ ਅੱਜ ਦੇ ਪਹਿਲੇ ਟੌਪਿਕ ਤੇ। ਭਾਰਤ ਦੀ ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ ਕੌਣ ਹੈ? ਠੀਕ ਹੈ ਜੀ, ਸੁਪਰੀਮ ਕੋਰਟ ਦੀ ਦੱਸਣੀ ਹੈ ਜੀ ਪਹਿਲੀ ਮਹਿਲਾ ਜੱਜ ਕੌਣ ਹੈ। ਹਾਂਜੀ, ਇਹ ਪਹਿਲੀ ਜਿਹੜੀ ਮਹਿਲਾ ਜੱਜ ਸੀਗੀ ਇਹ ਸੀ ਜਸਟਿਸ ਫਾਤਿਮਾ ਬੀਬੀ। ਹਾਂਜੀ, ਕੁਝ ਇੰਪੋਰਟੈਂਟ ਫੈਕਟ ਸੁਪਰੀਮ ਕੋਰਟ ਨਾਲ ਸੰਬੰਧਿਤ। ਹਾਂਜੀ, ਸਭ ਤੋਂ ਪਹਿਲਾਂ ਸੁਪਰੀਮ ਕੋਰਟ ਹੈ ਜਿਹੜਾ ਸੰਵਿਧਾਨ ਦੇ ਭਾਗ 5ਵੇਂ ਦੇ ਵਿੱਚ ਆਉਂਦਾ ਹੈ, ਇਹ ਨੋਟ ਕਰ ਲੈਣਾ। ਤੇ ਆਰਟੀਕਲ 124 ਇਹਦੇ ਨਾਲ ਸੰਬੰਧਿਤ ਹੈ, ਜਿਹਦੇ ਵਿੱਚ ਸੁਪਰੀਮ ਕੋਰਟ ਦੀ ਵਿਵਸਥਾ ਕੀਤੀ ਗਈ ਹੈ 1950 ਦੇ ਵਿੱਚ। ਠੀਕ ਹੈ ਜੀ, 26 ਜਨਵਰੀ 1950 ਦੇ ਵਿੱਚ ਇਹਦਾ ਗਠਨ ਕੀਤਾ ਗਿਆ ਤੇ ਇਹਨੇ ਕੰਮ ਸ਼ੁਰੂ ਕੀਤਾ 28 ਜਨਵਰੀ 1950 ਤੋਂ ਇਹਨੇ ਸੁਪਰੀਮ ਕੋਰਟ ਨੇ ਆਪਣਾ ਕੰਮ ਸਟਾਰਟ ਕਰ ਦਿੱਤਾ। ਭਾਰਤ ਦੀ ਨਿਆਂ ਪ੍ਰਣਾਲੀ ਇਕਹਿਰੀ ਤੇ ਏਕੀਕ੍ਰਿਤ ਹੈ। ਠੀਕ ਹੈ ਜੀ, ਨਿਆਂ ਪ੍ਰਣਾਲੀ ਜਿਹੜੀ ਉਹ ਆਪਣੀ ਸਿੰਗਲ ਹੈ ਤੇ ਇੰਟੀਗ੍ਰੇਟਡ ਹੈ, ਜਿਸ ਦੇ ਸਿਖਰ ਤੇ ਭਾਰਤ ਦੀ ਸੁਪਰੀਮ ਕੋਰਟ ਹੈ ਤੇ ਸੁਪਰੀਮ ਕੋਰਟ ਹੈ ਜਿਹੜਾ ਉਹਦਾ ਹੈੱਡਕੁਆਟਰ ਦਿੱਲੀ ਦੇ ਵਿੱਚ ਹੈ। ਜਿਹੜੀ ਭਾਰਤੀ ਸੰਸਦ ਹੈ, ਠੀਕ ਹੈ ਜੀ, ਉਹਦੇ ਕੋਲ ਸੁਪਰੀਮ ਕੋਰਟ ਨੂੰ ਸਥਾਪਿਤ ਕਰਨ, ਉਹਦੇ ਅਧਿਕਾਰ ਖੇਤਰ ਵਿੱਚ ਤਬਦੀਲੀਆਂ ਕਰਨ, ਸ਼ਕਤੀਆਂ ਵਿੱਚ ਨਿਯਮਾਂ ਦੇ ਵਿੱਚ ਤਬਦੀਲੀਆਂ ਕਰਨ ਦੇ ਨਾਲ ਸੰਬੰਧਿਤ ਕਾਨੂੰਨ ਬਣਾਉਣ ਦੀ ਸ਼ਕਤੀ ਹੈ। ਕਿਹਦੇ ਕੋਲ ਹੈ ਜੀ? ਉਹ ਭਾਰਤੀ ਸੰਸਦ ਕੋਲ ਹੈ ਜੀ, ਇਹ ਨੋਟ ਕਰ ਲੈਣਾ ਹੈ। ਪਹਿਲੀ ਸੁਪਰੀਮ ਕੋਰਟ ਜਿਹੜੀ ਹੈਗੀ ਹੈ 1773 ਦੇ ਰੈਗੂਲੇਟਿੰਗ ਐਕਟ ਦੇ ਤਹਿਤ, ਠੀਕ ਹੈ ਜੀ, ਕਲਕੱਤਾ ਦੇ ਵਿੱਚ ਸਥਾਪਿਤ ਕੀਤੀ ਗਈ ਸੀ। ਕਦੋਂ ਕੀਤੀ ਗਈ ਸੀ? 1774 ਦੇ ਵਿੱਚ। ਤੇ ਸਰ ਇੰਪੇ ਇਸ ਅਦਾਲਤ ਦੇ ਪਹਿਲੇ ਚੀਫ ਜਸਟਿਸ ਹਨ। ਇਹ ਬਹੁਤ ਇੰਪੋਰਟੈਂਟ ਫੈਕਟ ਹੈ, ਇਹਨੂੰ ਧਿਆਨ 'ਚ ਰੱਖ ਲੈਣਾ ਜੀ। ਠੀਕ ਹੈ ਜੀ, ਆਹ ਫੈਕਟ ਵੀ ਇੰਪੋਰਟੈਂਟ ਹੈ। ਜਿੰਨੇ ਵੀ ਸੁਪਰੀਮ ਕੋਰਟ ਦੇ ਅਧਿਕਾਰ, ਸ਼ਕਤੀਆਂ, ਪਾਵਰ, ਨਿਯਮ ਬਣਾਉਣ ਦੀ ਜਿਹੜੀ ਹੈਗੀ ਆ ਉਹ ਸ਼ਕਤੀ ਹੈ ਭਾਰਤ ਦੀ ਸੰਸਦ ਦੇ ਕੋਲ ਹੈ। ਆਜ਼ਾਦ ਭਾਰਤ ਦੀ ਜਿਹੜੀ ਸੁਪਰੀਮ ਕੋਰਟ ਦੀ ਸਥਾਪਨਾ 1950 ਵਿੱਚ ਹੋਈ, 26 ਜਨਵਰੀ 1950 ਵਿੱਚ ਹੋਈ। ਠੀਕ ਹੈ ਜੀ, ਇਹ ਨੋਟ ਕਰ ਲੈਣਾ ਤੁਸੀਂ। ਉਸ ਸਮੇਂ ਇੱਕ ਜੱਜ ਤੇ 7 ਹੋਰ ਜੱਜ ਸੀ, ਯਾਨੀ ਕਿ ਟੋਟਲ ਗਿਣਤੀ 8 ਸੀਗੀ ਉਸ ਸਮੇਂ। ਹਰੀ ਲਾਲ ਜੇ ਕਾਨੀਆ ਆਜ਼ਾਦ ਭਾਰਤ ਦੇ ਸੁਪਰੀਮ ਕੋਰਟ ਦੇ ਪਹਿਲੇ ਮੁੱਖ ਜੱਜ ਸੀ। ਠੀਕ ਹੈ, ਵੈਰੀ ਇੰਪੋਰਟੈਂਟ ਫੈਕਟ ਨੂੰ ਧਿਆਨ 'ਚ ਰੱਖ ਲੈਣਾ ਹੈ। ਵਰਤਮਾਨ ਸਮੇਂ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਇੱਕ ਚੀਫ ਜਸਟਿਸ ਤੇ 33 ਹੋਰ ਜੱਜ ਹੈ, ਕੁੱਲ ਗਿਣਤੀ 34 ਹੈ ਜੀ। ਤੇ ਸੁਪਰੀਮ ਕੋਰਟ ਦੇ ਜੱਜਾਂ ਦੀ ਗਿਣਤੀ ਨੂੰ ਘਟਾਉਣਾ ਵਧਾਉਣਾ ਇਹ ਆਪਾਂ ਪੜ੍ਹ ਚੁੱਕੇ ਹਾਂ। ਇਹ ਸਾਰੇ ਅਧਿਕਾਰ ਸੰਸਦ ਦੇ ਕੋਲ ਆ, ਭਾਰਤੀ ਸੰਸਦ ਦੇ ਕੋਲ ਹੈ। ਠੀਕ ਹੈ ਜੀ, ਇਹ ਬਹੁਤ ਇੰਪੋਰਟੈਂਟ ਫੈਕਟ ਨੂੰ ਧਿਆਨ 'ਚ ਰੱਖ ਲੈਣਾ ਜੀ। ਹਾਂਜੀ, ਸੁਪਰੀਮ ਕੋਰਟ ਦੇ ਜੱਜਾਂ ਦੀ ਗਿਣਤੀ ਵਧਾਉਣ ਦੀ ਤਾਕਤ ਕਿਸ ਕੋਲ ਹੈ? ਆਪਾਂ ਪੜ੍ਹ ਕੇ ਗਏ ਹਾਂ, ਸੰਸਦ ਕੋਲ ਹੈ ਜੀ। ਮੂਲ ਰੂਪ ਦਾ ਮਤਲਬ ਇਹ ਹੈ ਵੀ ਜਦੋਂ ਸੁਪਰੀਮ ਕੋਰਟ ਦੀ ਸਥਾਪਨਾ ਹੋਈ ਸੀ 26 ਜਨਵਰੀ 1950 ਦੇ ਵਿੱਚ। ਠੀਕ ਹੈ ਜੀ, ਚੀਫ ਜਸਟਿਸ ਤੋਂ ਇਲਾਵਾ ਕੁੱਲ ਕਿੰਨੇ ਜੱਜ ਸੀਗੇ? ਇਹ ਆਪਾਂ ਪੜ੍ਹ ਕੇ ਗਏ ਹਾਂ, 7 ਸੀਗੇ। 1+7 ਸੀ, ਟੋਟਲ ਗਿਣਤੀ ਸੀ 8। ਇਹ ਆਪਾਂ ਹੁਣ ਪਿੱਛੇ ਪੜ੍ਹ ਕੇ ਗਏ ਹਾਂ ਜੀ। ਹਾਂਜੀ, ਆਹ ਦੇਖੋ ਜੀ, ਇੱਥੇ ਆਪਾਂ ਪੜ੍ਹਿਆ ਸੀਗਾ 1950 ਦੇ ਵਿੱਚ ਇੱਕ ਜੱਜ ਤੇ 7 ਹੋਰ ਜੱਜ ਸਨ। ਹਾਂਜੀ, ਕਿਸ ਐਕਟ ਦੇ ਤਹਿਤ ਭਾਰਤ ਦੀ ਪਹਿਲੀ ਸੁਪਰੀਮ ਕੋਰਟ ਦੀ ਸਥਾਪਨਾ ਕੀਤੀ ਗਈ? ਜਿਹੜੀ ਪਹਿਲੀ ਸੁਪਰੀਮ ਕੋਰਟ ਹੈ ਉਹ ਕਲਕੱਤੇ ਵਾਲੀ ਹੈ ਤੇ ਰੈਗੂਲੇਟਿੰਗ ਐਕਟ 1773 ਦੇ ਤਹਿਤ ਉਹਦੀ ਸਥਾਪਨਾ ਕੀਤੀ ਗਈ। ਸੰਘੀ ਨਿਆਂਪਾਲਿਕਾ ਦਾ ਜ਼ਿਕਰ ਭਾਰਤੀ ਸੰਵਿਧਾਨ ਦੇ ਕਿਸ ਭਾਗ ਵਿੱਚ ਕੀਤਾ ਗਿਆ? ਪੜ੍ਹ ਕੇ ਗਏ ਹਾਂ ਜੀ, ਭਾਗ ਨੰਬਰ 5 ਦੇ ਵਿੱਚ ਕੀਤਾ ਗਿਆ। ਆਰਟੀਕਲ 124 ਦੇ ਵਿੱਚ ਗਠਨ ਕੀਤਾ ਗਿਆ। ਹਾਂਜੀ, ਬਹੁਤ ਇੰਪੋਰਟੈਂਟ ਫੈਕਟ ਧਿਆਨ 'ਚ ਰੱਖਣੇ ਹੈ। ਵਿਸ਼ਨੂੰ ਚੰਦਰਚੂੜ ਜਿਹੜੇ ਕਿ ਭਾਰਤ ਦੇ 16ਵੇਂ ਚੀਫ ਜਸਟਿਸ ਸੀਗੇ, 7 ਸਾਲ ਇਹਨਾਂ ਦਾ ਕਾਰਜਕਾਲ ਰਿਹਾ ਤੇ ਸਭ ਤੋਂ ਲੰਬੀ ਸੇਵਾ ਕਰਨ ਵਾਲੇ ਚੀਫ ਜਸਟਿਸ ਬਣੇ ਆ। ਵੈਰੀ ਇੰਪੋਰਟੈਂਟ ਫੈਕਟ ਹੈ ਜੀ, ਧਿਆਨ 'ਚ ਰੱਖ ਲੈਣਾ। ਸਭ ਤੋਂ ਲੰਬੀ ਐਜ਼ ਆ ਚੀਫ ਜਸਟਿਸ ਆਫ ਇੰਡੀਆ, ਠੀਕ ਹੈ ਜੀ, ਉਹ ਹੈ ਵਿਸ਼ਨੂੰ ਚੰਦਰਚੂੜ। ਤੇ ਇਹਨਾਂ ਦਾ ਕਾਰਜਕਾਲ 1978 ਤੋਂ ਲੈ ਕੇ 1985 ਤੱਕ ਇਹਨਾਂ ਦਾ ਕਾਰਜਕਾਲ 7 ਸਾਲ ਰਿਹਾ। ਕਮਲ ਨਾਰਾਇਣ ਸਿੰਘ ਸਭ ਤੋਂ ਛੋਟੇ ਕਾਰਜਕਾਲ ਵਾਲੇ ਭਾਰਤ ਦੇ ਚੀਫ ਜਸਟਿਸ ਬਣੇ, ਮਾਤਰ 17 ਦਿਨਾਂ ਦਾ ਕਾਰਜਕਾਲ ਹੈ ਜੀ ਇਹਨਾਂ ਦਾ, ਇਹ ਵੀ ਨੋਟ ਕਰ ਲੈਣਾ ਹੈ। ਕਮਲ ਨਾਰਾਇਣ ਤੇ ਵਿਸ਼ਨੂੰ ਚੰਦਰਚੂੜ। ਹੁਣ ਤੱਕ ਕੋਈ ਵੀ ਮਹਿਲਾ ਭਾਰਤ ਦੀ ਸੁਪਰੀਮ ਕੋਰਟ ਦੀ ਮੁੱਖ ਜੱਜ ਨਹੀਂ ਬਣ ਸਕੀ ਹੈ। ਠੀਕ ਹੈ ਜੀ, ਚੀਫ ਜਸਟਿਸ ਆਫ ਇੰਡੀਆ ਨਹੀਂ ਬਣ ਸਕੀ ਹੈ। ਠੀਕ ਹੈ, ਜਿਹੜੀ ਫਾਤਿਮਾ ਬੀਬੀ ਆ ਉਹ ਚੀਫ ਜਸਟਿਸ ਨਹੀਂ ਸਨ, ਇਹ ਧਿਆਨ 'ਚ ਰੱਖ ਲੈਣਾ ਹੈ। ਉਹ ਇਕੱਲੇ ਜਸਟਿਸ ਸਨ, ਜਸਟਿਸ ਆਫ ਸੁਪਰੀਮ ਕੋਰਟ, ਜੱਜਸ ਆਫ ਸੁਪਰੀਮ ਕੋਰਟ ਸੀਗੇ, ਨਾਟ ਚੀਫ ਜੱਜ। ਹਾਂਜੀ, ਫਾਤਿਮਾ ਬੀਬੀ ਭਾਰਤ ਦੀ ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ ਸੀ, ਇਹ ਧਿਆਨ 'ਚ ਰੱਖ ਲੈਣਾ ਹੈ। ਐਨ ਵੀ ਰਮਨਾ ਮੌਜੂਦਾ ਸਮੇਂ ਦੇ ਵਿੱਚ ਭਾਰਤ ਦੀ ਸੁਪਰੀਮ ਕੋਰਟ ਦੇ ਮੁੱਖ ਜੱਜ, ਅੱਜ ਦੇ ਸਮੇਂ ਭਾਰਤ ਦੇ ਜਿਹੜੇ ਮੁੱਖ ਜੱਜ ਹੈ ਚੀਫ ਜਸਟਿਸ ਆਫ ਇੰਡੀਆ, ਉਹ ਐਨ ਵੀ ਰਮਨਾ ਹੈ। ਠੀਕ ਹੈ ਜੀ, ਸੁਪਰੀਮ ਕੋਰਟ ਦੇ ਚੀਫ ਜਸਟਿਸ ਜਿਹੜੇ ਐਚ.ਐਮ. ਹਦਾਇਤੁੱਲਾ, ਠੀਕ ਹੈ ਜੀ, ਇਹ ਕਾਰਜਕਾਰੀ ਰਾਸ਼ਟਰਪਤੀ ਦੇ ਤੌਰ ਤੇ ਸੇਵਾ ਨਿਭਾਈ ਹੈ ਇਹਨਾਂ ਨੇ। ਠੀਕ ਹੈ ਜੀ, 20 ਜੁਲਾਈ ਤੋਂ ਲੈ ਕੇ 1969 ਤੋਂ ਲੈ ਕੇ 24 ਅਗਸਤ 1969 ਤੱਕ। ਠੀਕ ਹੈ, ਇੰਨਾ ਹੀ ਪੁੱਛਿਆ ਜਾਂਦਾ ਹੈ ਵੀ ਕਾਰਜਕਾਰੀ ਰਾਸ਼ਟਰਪਤੀ ਦੇ ਤੌਰ ਤੇ ਹੇਠ ਲਿਖੇ ਵਿੱਚੋਂ ਕਿਸ ਚੀਫ ਜਸਟਿਸ ਨੇ ਜਿਹੜਾ ਹੈ ਕਾਰਜਕਾਰੀ ਭੂਮਿਕਾ ਨਿਭਾਈ? ਉਹ ਹੈ ਐਚ.ਐਮ. ਹਦਾਇਤੁੱਲਾ। P.N. ਭਗਵਤੀ, ਵੈਰੀ ਇੰਪੋਰਟੈਂਟ ਕੁਐਸਚਨ ਹੈ। ਜਨ ਹਿੱਤ ਪਟੀਸ਼ਨ ਦੇ ਪਿਤਾਮਾ ਵਜੋਂ ਜਾਣਿਆ ਜਾਂਦਾ ਹੈ। ਠੀਕ ਹੈ, ਜਿਹਨੂੰ ਕਹਿੰਦੇ ਪਬਲਿਕ ਇੰਟਰਸਟ ਲਿਟੀਗੇਸ਼ਨ, PIL, ਇਹਦਾ ਪਿਤਾਮਾ ਕੌਣ ਹੈ ਜੀ? P.N. ਭਗਵਤੀ। ਠੀਕ ਹੈ ਜੀ, ਬਹੁਤ ਵਾਰ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ, ਇਹਨੂੰ ਤੁਸੀਂ ਫੈਕਟ ਨੂੰ ਧਿਆਨ 'ਚ ਰੱਖ ਲੈਣਾ ਜੀ। ਹਾਂਜੀ, ਜਦੋਂ ਭਾਰਤੀ ਨਿਆਂ ਪ੍ਰਣਾਲੀ ਵਿੱਚ PIL, ਠੀਕ ਹੈ ਜੀ, ਆਈ ਤੋਂ ਸਮੇਂ ਭਾਰਤ ਦੇ ਚੀਫ ਜਸਟਿਸ ਕੌਣ ਸਨ? ਉਹ ਸੀ P.N. ਭਗਵਤੀ, ਇਹ ਧਿਆਨ 'ਚ ਰੱਖ ਲੈਣਾ ਜੀ। ਹੇਠਾਂ ਲਿਖਿਆਂ ਦੇ ਵਿੱਚੋਂ ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ ਕੌਣ ਸੀ? ਉਹ ਸੀ ਫਾਤਿਮਾ ਬੀਬੀ। ਠੀਕ ਹੈ ਜੀ, ਹਾਈ ਕੋਰਟ ਦੀ ਜੇ ਪੁੱਛ ਲੈਣ ਤਾਂ ਹਾਈ ਕੋਰਟ ਦੀ ਜਿਹੜੀ ਇਹ ਲੀਲਾ ਸਿਟ ਫਸਟ ਚੀਫ ਜਸਟਿਸ ਸੀਗੀ, ਧਿਆਨ ਰੱਖ ਲੈਣਾ। ਹਾਈ ਕੋਰਟ ਦੀ ਪਹਿਲੀ ਚੀਫ ਜਸਟਿਸ ਵੋਮੈਨ ਸੀਗੀ, ਫਸਟ ਵੋਮੈਨ। ਠੀਕ ਹੈ, ਵੈਰੀ ਇੰਪੋਰਟੈਂਟ ਫੈਕਟ ਹੈ ਇਹ। ਤੇ ਇਹ ਜੇ ਪੁੱਛ ਲੈਣਾ
ਠੀਕ ਹੈ ਜੀ। ਤਾਂ ਜਿਹੜੀ ਲੀਲਾ ਸੇਠ ਆ ਉਹ ਹਾਈ ਕੋਰਟ ਦੀ ਹੈ ਤੇ ਫਾਤਿਮਾ ਬੀਬੀ ਹੈ ਜਿਹੜੀ ਉਹ ਸੁਪਰੀਮ ਕੋਰਟ ਦੀ ਹੈ। ਤੇ ਲੀਲਾ ਸੇਠ ਹੈ ਜਿਹੜੀ ਉਹ ਚੀਫ ਜਸਟਿਸ ਆਫ ਹਾਈ ਕੋਰਟ ਹੈ। ਭਾਰਤ ਵਿੱਚ ਕਿਹੜਾ ਸੰਵਿਧਾਨਿਕ ਅਹੁਦੇ ਤੇ ਔਰਤ ਨਹੀਂ ਰਹੀ ਹੈ? ਉਹ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੇ ਤੌਰ ਤੇ ਔਰਤ ਨਹੀਂ ਰਹੀ ਹੈ। ਠੀਕ ਹੈ ਜੀ, ਇਹ ਫੈਕਟ ਧਿਆਨ 'ਚ ਰੱਖ ਲੈਣਾ। ਸੁਪਰੀਮ ਕੋਰਟ ਦੇ ਪਹਿਲੇ ਮੁੱਖ ਜੱਜ ਕੌਣ ਸਨ? ਹਰੀ ਲਾਲ ਜੇ ਕਾਨੀਆ। ਠੀਕ ਹੈ, ਇਹ ਭਾਰਤ ਦੇ ਪਹਿਲੇ ਜਿਹੜੇ ਹੈਗੇ ਆ ਸੁਪਰੀਮ ਕੋਰਟ ਦੇ ਜੱਜ ਸਨ। ਇਹ ਆਪਾਂ ਪੜ੍ਹ ਚੁੱਕੇ ਹਾਂ ਪਹਿਲਾਂ ਜੀ। ਹਾਂਜੀ, ਸੁਪਰੀਮ ਕੋਰਟ ਕੰਸਿਸਟ ਆਫ ਆ ਚੀਫ ਜਸਟਿਸ ਐਂਡ ਜੀ ਅੱਜ ਦੇ ਸਮੇਂ ਵਿੱਚ ਇੱਕ ਮੁੱਖ ਜੱਜ ਹੈ ਤੇ 33 ਅਦਰ ਜੱਜ ਹੈ ਤੇ ਕੁੱਲ ਗਿਣਤੀ ਕਿੰਨੀ ਹੋ ਗਈ ਜੀ? ਫਿਰ 34 ਹੋ ਗਈ। ਧਿਆਨ 'ਚ ਰੱਖ ਲੈਣਾ ਜੀ। ਕਰੰਟ ਸੈਂਕਸ਼ਨ ਸਟਰੈਂਥ ਆਫ ਜੱਜਸ ਆਫ ਸੁਪਰੀਮ ਕੋਰਟ ਅੱਜ ਦੇ ਸਮੇਂ ਸੁਪਰੀਮ ਕੋਰਟ ਦੇ ਜੱਜਾਂ ਦੀ ਕੁੱਲ ਕਿੰਨੀ ਗਿਣਤੀ ਹੈ ਜੀ? 34 ਹੈ ਜੀ। ਧਿਆਨ 'ਚ ਰੱਖ ਲਿਓ ਜੀ। ਸਭ ਤੋਂ ਘੱਟ ਸਮੇਂ ਦੇ ਲਈ ਸੁਪਰੀਮ ਕੋਰਟ ਦਾ ਚੀਫ ਜਸਟਿਸ ਦਾ ਅਹੁਦਾ ਕਿਹਨੇ ਸੰਭਾਲਿਆ ਜੀ? ਉਹ ਸੀਗੇ ਕਮਲ ਨਾਰਾਇਣ ਸਿੰਘ। ਠੀਕ ਹੈ ਜੀ। ਸੁਪਰੀਮ ਕੋਰਟ ਦੇ ਕਿਹੜੇ ਚੀਫ ਜਸਟਿਸ ਨੇ 20 ਜੁਲਾਈ 1969 ਤੋਂ ਲੈ ਕੇ 24 ਅਗਸਤ 1969 ਤੱਕ ਕਾਰਜਕਾਰੀ ਰਾਸ਼ਟਰਪਤੀ ਦੇ ਤੌਰ ਤੇ ਸੇਵਾ ਨਿਭਾਈ? ਉਹ ਹਾਂਜੀ HM ਹਦਾਇਤੁੱਲਾ। ਪ੍ਰੈਜ਼ੈਂਟ ਸੁਪਰੀਮ ਕੋਰਟ ਇਨ ਇੰਡੀਆ ਵਾਸ ਸਟੈਬਲਿਸ਼ ਕਦੋਂ ਸਟੈਬਲਿਸ਼ ਹੋਈ ਸੀਗੀ ਇਹ ਜੀ? ਦੱਸਣਾ ਕਿਹੜੇ ਐਕਟ ਦੇ ਤਹਿਤ ਹੋਈ ਸੀ? ਇਹ ਸੀ ਜੀ ਬਾਏ ਐਨ ਐਕਟ ਆਫ ਪਾਰਲੀਮੈਂਟ 1950 ਦਾ ਪਾਰਲੀਮੈਂਟ ਐਕਟ ਸੀਗਾ ਜਿਹਦੇ ਤਹਿਤ ਪ੍ਰੈਜ਼ੈਂਟ ਜਿਹੜੀ ਸੁਪਰੀਮ ਕੋਰਟ ਦਾ ਗਠਨ ਹੋਇਆ ਸੀਗਾ 26 ਜਨਵਰੀ 1950 ਦੇ ਵਿੱਚ। ਠੀਕ ਹੈ ਜੀ, ਧਿਆਨ ਰੱਖਣਾ ਫੈਕਟ। ਸੁਪਰੀਮ ਕੋਰਟ ਦੀ ਸਥਾਪਨਾ ਕਦੋਂ ਹੋਈ ਜੀ? 26 ਜਨਵਰੀ 1950 ਤੇ 28 ਜਨਵਰੀ ਨੂੰ ਇਹਨੇ ਆਪਣਾ ਕੰਮ ਸ਼ੁਰੂ ਕਰਤਾ ਸੀ 1950 ਦੇ ਵਿੱਚ। ਠੀਕ ਹੈ ਜੀ। ਭਾਰਤ ਦੀ ਸੁਪਰੀਮ ਕੋਰਟ ਦੇ ਜੱਜਾਂ ਦੀ ਗਿਣਤੀ ਵਧਾਉਣ ਦੀ ਕਿਹਦੇ ਕੋਲ ਹੈ ਜੀ? ਗਿਣਤੀ ਵਧਾਉਣੀ ਹੈ, ਘਟਾਉਣੀ ਹੈ, ਅਧਿਕਾਰ ਖੇਤਰ ਵਧਾਉਣਾ ਘਟਾਉਣਾ ਹੈ, ਇਹ ਸਾਰੇ ਸੰਸਦ ਕੋਲ ਰਾਈਟ ਹੈ ਜੀ। ਠੀਕ ਹੈ ਜੀ। ਹਾਂਜੀ, ਜੱਜਾਂ ਦੀ ਸਹੁੰ ਦੀ ਗੱਲ ਕਰਦੇ ਹਾਂ। ਆਰਟੀਕਲ 124(8) ਦੇ ਵਿੱਚ ਸੁਪਰੀਮ ਕੋਰਟ ਦੇ ਜਿਹੜੇ ਜੱਜ ਹੈ ਉਹਨੂੰ ਭਾਰਤ ਦੇ ਸੰਵਿਧਾਨ ਪ੍ਰਤੀ ਸੱਚਾ ਵਿਸ਼ਵਾਸ, ਵਫਾਦਾਰੀ, ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬਰਕਰਾਰ ਰੱਖਣ ਦੀ ਜਿਹੜੀ ਸਹੁੰ ਹੈ ਉਹ ਭਾਰਤ ਦੇ ਰਾਸ਼ਟਰਪਤੀ ਦੁਆਰਾ ਚੁਕਾਈ ਜਾਂਦੀ ਹੈ। ਠੀਕ ਹੈ ਜੀ, ਇਹ ਧਿਆਨ ਰੱਖ ਲੈਣਾ ਹੈ। ਹੁਣ ਚੱਲਦੇ ਹਾਂ ਕਾਰਜਕਾਲ ਤੇ ਮਹਾਂਦੋਸ਼। ਸੁਪਰੀਮ ਕੋਰਟ ਦਾ ਜਿਹੜਾ ਜੱਜ ਹੈ ਉਹਦਾ ਕਾਰਜਕਾਲ ਉਹਦੀ 65 ਸਾਲ ਦੀ ਉਮਰ ਤੱਕ ਹੈ। ਠੀਕ ਹੈ ਜੀ, 65 ਸਾਲ ਦੀ ਉਮਰ ਤੋਂ ਬਾਅਦ ਉਹ ਰਿਟਾਇਰਡ ਹੋ ਜਾਂਦਾ ਹੈ। ਪਰ ਇਸ ਤੋਂ ਪਹਿਲਾਂ ਵੀ ਸੁਪਰੀਮ ਕੋਰਟ ਦੇ ਜੱਜ ਨੂੰ ਅਸਤੀਫਾ ਦੇ ਸਕਦਾ ਹੈ ਰਾਸ਼ਟਰਪਤੀ ਨੂੰ ਸੰਬੋਧਿਤ ਕਰਕੇ। ਠੀਕ ਹੈ ਜੀ। ਸੁਪਰੀਮ ਕੋਰਟ ਦੇ ਜੱਜ ਨੂੰ ਕਿਵੇਂ ਹਟਾਇਆ ਜਾ ਸਕਦਾ ਹੈ? ਉਹ ਇੰਪੀਚਮੈਂਟ ਮੈਥਡ ਦੇ ਨਾਲ ਹਟਾਇਆ ਜਾਂਦਾ ਹੈ। ਇੰਪੀਚਮੈਂਟ ਹਮੇਸ਼ਾ ਜਿਹੜਾ ਪਾਰਲੀਮੈਂਟ ਦੇ ਵਿੱਚ 2/3 ਬਹੁਮਤ ਦੇ ਨਾਲ ਪਾਸ ਕੀਤਾ ਜਾਂਦਾ ਹੈ ਹਰੇਕ ਸਦਨ ਦੁਆਰਾ। ਕਦੋਂ ਕੀਤਾ ਜਾਏਗਾ? ਜਦੋਂ ਦੁਰਵਿਵਹਾਰ ਸਾਬਤ ਹੋ ਜਾਵੇ। ਠੀਕ ਹੈ, ਤੇ ਸਰੀਰਕ ਤੇ ਮਾਨਸਿਕ ਤੌਰ ਤੇ ਉਹ ਅਸਮਰਥ ਹੋਵੇ, ਉਹਦਾ ਦਿਮਾਗ ਠੀਕ ਤਰੀਕੇ ਨਾਲ ਫੈਸਲੇ ਨਾ ਕਰਦਾ ਹੋਵੇ ਤੇ ਫਿਜ਼ੀਕਲ ਤੌਰ ਤੇ ਵੀ ਉਹ ਠੀਕ ਨਾ ਹੋਵੇ। ਠੀਕ ਹੈ, ਤੇ ਦੁਰਵਿਵਹਾਰ ਸਾਬਤ ਹੋ ਜਾਵੇ ਤਾਂ ਉਦੋਂ ਆਰਟੀਕਲ 124(4) ਦੇ ਵਿੱਚ ਮੈਂਸ਼ਨ ਕੀਤਾ ਗਿਆ ਇਹਨਾਂ ਦੋਹਾਂ ਤਰੀਕਿਆਂ ਨੂੰ ਸਾਬਤ ਕਰਨ ਤੋਂ ਬਾਅਦ 2/3 ਮਤੇ ਦੇ ਨਾਲ ਵਿਸ਼ੇਸ਼ ਬਹੁਮਤ ਦੇ ਨਾਲ ਸੰਸਦ ਵਿੱਚੋਂ ਪਾਸ ਹੋਣ ਤੇ ਜਿਹੜਾ ਰਾਸ਼ਟਰਪਤੀ ਆ ਉਸ ਨੂੰ ਉਹਦੇ ਤੋਂ ਹਟਾ ਸਕਦਾ ਸੁਪਰੀਮ ਕੋਰਟ ਦੇ ਜੱਜ ਨੂੰ। ਠੀਕ ਹੈ ਜੀ, ਇਹ ਵੈਰੀ ਇੰਪੋਰਟੈਂਟ ਫੈਕਟ ਹੈ, ਸਾਰੇ ਧਿਆਨ 'ਚ ਰੱਖ ਲੈਣੇ। ਮਹਾਂਦੋਸ਼ ਦੀ ਪ੍ਰਕਿਰਿਆ ਕੀ ਚੀਜ਼ ਹੈ? ਕਹਿੰਦੇ ਅਸਲ ਦੇ ਵਿੱਚ ਦੁਰਵਿਵਹਾਰ ਤੇ ਅਸਮਰਥਾ ਦੇ ਵਿਰੁੱਧ ਇੱਕ ਕੋਸ਼ਿਸ਼ ਹੈ ਜਿਹੜੀ ਸੰਸਦ ਦੇ ਵਿੱਚ ਕੀਤੀ ਜਾਂਦੀ ਹੈ। ਹਾਂਜੀ, ਵੀ ਰਾਮਾ ਸਵਾਮੀ ਸੁਪਰੀਮ ਕੋਰਟ ਦੇ ਪਹਿਲੇ ਤੇ ਅੰਤਿਮ ਜੱਜ, ਧਿਆਨ ਨਾਲ ਨੋਟ ਕਰ ਲਓ। ਵੀ ਰਾਮਾ ਸਵਾਮੀ ਸੁਪਰੀਮ ਕੋਰਟ ਦੇ ਪਹਿਲੇ ਤੇ ਅੰਤਿਮ ਜੱਜ ਹੈ ਜਿਨ੍ਹਾਂ ਵਿਰੁੱਧ ਮਹਾਂਦੋਸ਼ ਦੀ ਕਾਰਵਾਈ ਸ਼ੁਰੂ ਕੀਤੀ ਗਈ। 1993 ਦੇ ਵਿੱਚ ਲੋਕ ਸਭਾ ਦੇ ਵਿੱਚ ਮਤਾ ਲਿਆਂਦਾ ਗਿਆ ਸੀ ਉਹਨਾਂ ਵਿਰੁੱਧ, ਪਰ 2/3 ਬਹੁਮਤ ਪ੍ਰਾਪਤ ਕਰਨ ਵਿੱਚ ਅਸਫਲ ਰਿਹਾ। ਠੀਕ ਹੈ, ਇਹ ਪ੍ਰਾਪਤ ਨਹੀਂ ਕਰ ਸਕਿਆ 2/3 ਬਹੁਮਤ ਦਾ ਮਤਾ। ਠੀਕ ਹੈ ਜੀ, ਜਿਹੜੇ ਪਹਿਲੇ ਸੁਪਰੀਮ ਕੋਰਟ ਦੇ ਜੱਜ ਜਿਨ੍ਹਾਂ ਵਿਰੁੱਧ ਇਹ ਮਤਾ ਲਿਆਂਦਾ ਗਿਆ ਸੀ ਉਹ ਸੀ ਵੀ ਰਾਮਾ ਸਵਾਮੀ। ਠੀਕ ਹੈ ਜੀ। ਫਿਰ ਉਸ ਤੋਂ ਬਾਅਦ 2011 ਦੇ ਵਿੱਚ ਕਲਕੱਤਾ ਹਾਈ ਕੋਰਟ ਦੇ ਚੀਫ ਜਸਟਿਸ ਸੁਮਿਤਰ ਸੇਨ ਦੇ ਵਿਰੁੱਧ ਮਹਾਂਦੋਸ਼ ਦੀ ਕਾਰਵਾਈ ਸ਼ੁਰੂ ਕੀਤੀ ਗਈ। ਇਹ ਵੀ ਕਿੱਥੇ? ਪਾਰਲੀਮੈਂਟ ਦੇ ਵਿੱਚ ਸ਼ੁਰੂ ਕੀਤੀ ਗਈ। ਰਾਜ ਸਭਾ ਦੇ ਵਿੱਚ ਇਹ ਮਤਾ ਪਾਸ ਹੋ ਗਿਆ, ਲੋਕ ਸਭਾ ਦੇ ਵਿੱਚ ਭੇਜਿਆ ਗਿਆ, ਪਰ ਉਸ ਤੋਂ ਪਹਿਲਾਂ ਹੀ ਜਿਹੜੇ ਸੁਮਿਤਰ ਸੇਨ ਜਿਹੜੇ ਚੀਫ ਜਸਟਿਸ ਕਲਕੱਤਾ ਹਾਈ ਕੋਰਟ ਦੇ ਸੀ ਉਹਨਾਂ ਨੇ ਆਪਣਾ ਅਸਤੀਫਾ ਦੇ ਦਿੱਤਾ। ਠੀਕ ਹੈ ਜੀ, ਜਦੋਂ ਰਾਜ ਸਭਾ ਦੇ ਵਿੱਚ 2/3 ਨਾਲ ਪਾਸ ਹੋ ਗਿਆ ਉਸ ਤੋਂ ਬਾਅਦ ਲੋਕ ਸਭਾ ਜਾਣਾ ਸੀ ਤਾਂ ਉਹਨਾਂ ਨੇ ਸੁਮਿਤਰ ਸੇਨ ਨੇ ਪਹਿਲਾਂ ਹੀ ਅਸਤੀਫਾ ਦਿੱਤਾ। ਇਸੇ ਤਰ੍ਹਾਂ ਜਿਹੜਾ ਸਿੱਕਮ ਹਾਈ ਕੋਰਟ ਦੇ ਜੱਜ ਹੈ PD ਦਿਨਾਕਰ, ਉਹਨਾਂ ਨੇ ਮਹਾਂਦੋਸ਼ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਅਸਤੀਫਾ ਦਿੱਤਾ। ਠੀਕ ਹੈ ਜੀ, ਇਹ ਸਾਰੇ ਇੰਪੋਰਟੈਂਟ ਫੈਕਟ ਨੂੰ ਧਿਆਨ 'ਚ ਰੱਖ ਲੈਣਾ ਹੈ। ਭਾਰਤ ਦੇ ਇਤਿਹਾਸ ਵਿੱਚ ਇੱਕ ਵਾਰ ਸੁਪਰੀਮ ਕੋਰਟ ਦੇ ਜੱਜ ਤੇ 4 ਵਾਰ ਹਾਈ ਕੋਰਟ ਦੇ ਜੱਜਾਂ ਦੇ ਵਿਰੁੱਧ ਮਹਾਂਦੋਸ਼ ਦੀ ਕਾਰਵਾਈ ਸ਼ੁਰੂ ਕੀਤੀ ਗਈ। ਟੋਟਲ 5 ਵਾਰ, 1 + 4 = 5 ਵਾਰ ਜਿਹੜੀ ਕਾਰਵਾਈ ਸ਼ੁਰੂ ਕੀਤੀ ਗਈ। ਧਿਆਨ ਤੁਸੀਂ ਰੱਖਣਾ ਹੈ ਜੀ, ਇੱਕ ਤਾਂ ਰਾਮਾ ਸਵਾਮੀ ਤੇ ਇੱਕ ਜਸਟਿਸ ਸੁਮਿਤਰ ਸੇਨ। ਜੇ ਹਾਈ ਕੋਰਟ ਦੇ ਜੱਜ ਬਾਰੇ ਪੁੱਛ ਲੈਣ ਤਾਂ ਜਸਟਿਸ ਸੁਮਿਤਰ ਸੇਨ ਕਲਕੱਤਾ ਦੀ ਹਾਈ ਕੋਰਟ ਦਾ ਇਹ ਚੀਫ ਜਸਟਿਸ ਸੀ 2011 ਦੇ ਵਿੱਚ। ਰਾਜ ਸਭਾ 'ਚ 2/3 ਬਹੁਮਤ ਪਾਸ ਹੋ ਗਿਆ ਤੇ ਲੋਕ ਸਭਾ ਦੇ ਵਿੱਚ ਜਦੋਂ ਪਹੁੰਚਿਆ ਉਸ ਤੋਂ ਪਹਿਲਾਂ ਹੀ ਉਹਨੇ ਅਸਤੀਫਾ ਦਿੱਤਾ। ਇੱਕ ਵੀ ਰਾਮਾ ਸਵਾਮੀ। ਠੀਕ ਹੈ ਜੀ, ਇਹਨਾਂ ਵਿਰੁੱਧ ਲਿਆਂਦੀ ਗਈ ਸੀ 1993 ਦੇ ਵਿੱਚ ਤੇ ਪਰ ਇਹ ਜਿਹੜੀ ਕਾਰਵਾਈ ਇਹ ਸਫਲ ਨਹੀਂ ਹੋ ਸਕੀ, 2/3 ਬਹੁਮਤ ਇਸ ਨੂੰ ਪ੍ਰਾਪਤ ਨਹੀਂ ਹੋ ਸਕਿਆ। ਇਹ ਸਾਰੇ ਫੈਕਟ ਧਿਆਨ 'ਚ ਰੱਖ ਲੈਣੇ ਜੀ। ਹਾਂਜੀ, ਰੰਜਨ ਗੋਗੋਈ ਇਹ ਅਸਾਮ ਦੇ ਮੁੱਖ ਮੰਤਰੀ ਦੇ ਪੁੱਤਰ ਸੀਗੇ, ਪਹਿਲੀ ਗੱਲ ਤਾਂ ਧਿਆਨ ਰੱਖ ਲੈਣੀ ਹੈ। ਸੁਪਰੀਮ ਕੋਰਟ ਦੇ 46ਵੇਂ ਚੀਫ ਜਸਟਿਸ ਸੀਗੇ ਤੇ ਭਾਰਤ ਦੇ ਰਾਸ਼ਟਰਪਤੀ ਦੁਆਰਾ ਇਹਨਾਂ ਨੂੰ ਰਾਜ ਸਭਾ ਦਾ ਮੈਂਬਰ ਨਾਮਜ਼ਦ ਕੀਤਾ ਗਿਆ। ਕਾਫੀ ਵਿਵਾਦ ਹੋਇਆ ਸੀ ਇਸ 'ਤੇ ਵੀ ਉਹਨਾਂ ਨੂੰ ਐਜ਼ ਜਿਹੜਾ ਨੋਮੀਨੇਟ ਨਹੀਂ ਕੀਤਾ ਜਾਣਾ ਚਾਹੀਦਾ ਸੀਗਾ ਚੀਫ ਜਸਟਿਸ ਨੂੰ। ਠੀਕ ਹੈ, ਤੇ ਇਹ ਉਸ ਸਮੇਂ ਭਾਰਤ ਦੇ ਤੀਸਰੇ ਸੁਪਰੀਮ ਕੋਰਟ ਦੇ ਜੱਜ ਸੀ ਜਿਹੜੇ ਰਾਜ ਸਭਾ ਦੇ ਤੌਰ 'ਤੇ ਸੇਵਾ ਨਿਭਾ ਰਹੇ ਇਸ ਸਮੇਂ। ਪਹਿਲੇ ਕਿਹੜੇ ਸੀ? ਪਹਿਲੇ ਸੀ ਰੰਗਨਾਥ ਮਿਸ਼ਰਾ, ਦੂਸਰੇ ਕੌਣ ਸੀ? ਬਾਹਰੁਲ ਇਸਲਾਮ, ਇਹ ਦੂਸਰੇ ਜੱਜ ਸੀ, ਤੇ ਤੀਸਰੇ ਰੰਜਨ ਗੋਗੋਈ ਸੀਗੇ। ਠੀਕ ਹੈ ਜੀ, ਧਿਆਨ ਰੱਖ ਲੈਣਾ, ਸਾਰੇ ਫੈਕਟ ਇੰਪੋਰਟੈਂਟ ਹੈ ਜੀ। ਸਰਵ ਉੱਚ ਸੁਪਰੀਮ ਕੋਰਟ ਦੇ ਜੱਜਾਂ ਨੂੰ ਸਿਰਫ ਕਿਸ ਆਧਾਰ ਤੇ ਹਟਾਇਆ ਜਾ ਸਕਦਾ ਹੈ ਦੱਸਣਾ। ਹਾਂਜੀ, ਕਦਾਚਾਰ ਤੇ ਅਸਮਰਥਤਾ।
ਦੋਵਾਂ ਦੇ ਆਧਾਰ ਤੇ ਹਟਾਇਆ ਜਾ ਸਕਦਾ ਹੈ। ਹਾਂਜੀ, ਫਿਰ ਇੰਪੋਰਟੈਂਟ ਕੁਝ ਫੈਕਟ ਹੈ। ਜੱਜਾਂ ਦੀ ਨਿਯੁਕਤੀ ਰਾਸ਼ਟਰਪਤੀ ਕਰੇਗਾ ਤੇ ਜੱਜ ਬਣਨ ਦੀ ਘੱਟੋ ਘੱਟ ਉਮਰ ਕੋਈ ਫਿਕਸ ਨਹੀਂ, ਪਰ 65 ਸਾਲ ਦੀ ਉਮਰ ਫਿਕਸ ਹੈ ਵੀ ਉਹਦੀ ਰਿਟਾਇਰਮੈਂਟ ਦੀ। ਜੱਜਾਂ ਨੂੰ ਦੁਰਵਿਵਹਾਰ ਤੇ ਅਯੋਗਤਾ ਦੇ ਆਧਾਰ ਤੇ ਹਰੇਕ ਸਦਨ ਦੇ ਵਿੱਚ ਵਿਸ਼ੇਸ਼ ਬਹੁਮਤ, ਜਿਹਨੂੰ 2/3 ਬਹੁਮਤ ਕਹਿੰਦੇ ਆ, ਪਾਸ ਕੀਤੇ ਗਏ ਮਤੇ ਦੇ ਨਾਲ ਰਾਸ਼ਟਰਪਤੀ ਦੁਆਰਾ ਉਹਨੂੰ ਹਟਾਇਆ ਜਾ ਸਕਦਾ। ਹਟਾਏਗਾ ਰਾਸ਼ਟਰਪਤੀ, ਪਰ ਮਤਾ ਲਿਆਉਣਾ ਪਏਗਾ ਪਹਿਲਾਂ ਸੰਸਦ ਦੇ ਵਿੱਚ। ਸੁਪਰੀਮ ਕੋਰਟ ਦਾ ਜਿਹੜਾ ਚੀਫ ਜਸਟਿਸ ਉਹਨੂੰ 2,80,000 ਰੁਪਏ ਪ੍ਰਤੀ ਮਹੀਨਾ ਸੈਲਰੀ ਹੈ ਜੀ, ਤੇ ਹੋਰ ਜੱਜਾਂ ਦੀ ਜਿਹੜੇ ਉਹਨਾਂ ਦੀ 2.5 ਲੱਖ ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲਦੀ ਹੈ। ਇਹ ਸਾਰੇ ਤਨਖਾਹ ਤੇ ਭੱਤੇ ਸੈਂਟਰ ਦੀ ਜਿਹੜੀ ਕੰਸੋਲੀਡੇਟਡ ਫੰਡ ਵਿੱਚ ਮਿਲਦੇ ਆ। ਤਨਖਾਹ ਵੀ, ਭੱਤੇ ਵੀ ਤੇ ਪੈਨਸ਼ਨਾਂ ਵੀ, ਇਹ ਧਿਆਨ ਰੱਖ ਲੈਣਾ ਹੈ। ਕੰਸੋਲੀਡੇਟਡ ਫੰਡ ਆਫ ਇੰਡੀਆ ਦੇ ਵਿੱਚੋਂ ਜਾਂਦੇ ਸਾਰੇ। ਹਾਂਜੀ, ਸੁਪਰੀਮ ਕੋਰਟ ਦੇ ਜੱਜ ਵਿਰੁੱਧ ਮਹਾਦੋਸ਼ ਪ੍ਰਸਤਾਵ ਹੋਣ ਤੋਂ ਬਾਅਦ ਉਸ ਨੂੰ ਕੌਣ ਹਟਾ ਸਕਦਾ ਜੀ? ਰਾਸ਼ਟਰਪਤੀ ਹਟਾਏਗਾ ਜੀ। ਜੱਜਸ ਆਫ ਸੁਪਰੀਮ ਕੋਰਟ ਆਫ ਇੰਡੀਆ ਆਰ ਅਪੁਆਇੰਟਡ ਬਾਈ ਦੀ ਪ੍ਰੈਜ਼ੀਡੈਂਟ। ਕਹਿੰਦੇ ਸੁਪਰੀਮ ਕੋਰਟ ਦੇ ਜੱਜਾਂ ਨੂੰ ਪ੍ਰੈਜ਼ੀਡੈਂਟ ਦੁਆਰਾ ਅਪੁਆਇੰਟ ਕੀਤਾ ਜਾਂਦਾ ਹੈ। ਠੀਕ ਹੈ ਜੀ। ਤੇ ਇਨ ਦੀ ਕੰਸਲਟੇਸ਼ਨ ਆਫ ਚੀਫ ਜਸਟਿਸ ਆਫ ਸੁਪਰੀਮ ਕੋਰਟ ਦੇ ਮੁੱਖ ਜੱਜ ਦੀ ਸਲਾਹ ਦੇ ਨਾਲ ਦੂਸਰੇ ਜੱਜਾਂ ਨੂੰ ਅਪੁਆਇੰਟ ਕੀਤਾ ਜਾਂਦਾ ਹੈ। ਧਿਆਨ ਰੱਖ ਲੈਣਾ ਜੀ। ਏਜ ਆਫ ਰਿਟਾਇਰਮੈਂਟ ਕਿੰਨੀ ਹੈ ਜੀ ਸੁਪਰੀਮ ਕੋਰਟ ਦੇ ਜੱਜਾਂ ਦੀ? ਉਹ ਹੈ ਜੀ 65 ਸਾਲ। ਇਨ ਵਿਚ ਈਅਰ ਵਾਜ਼ ਦੀ ਕੋਲੇਜੀਅਮ ਸਿਸਟਮ ਫਾਰ ਦੀ ਅਪੁਆਇੰਟਮੈਂਟ ਆਫ ਜੱਜਸ ਅਡੋਪਟਡ ਬਾਈ ਦੀ ਸੁਪਰੀਮ ਕੋਰਟ ਆਫ ਇੰਡੀਆ। ਜੱਜਾਂ ਦੀ ਚੋਣ ਦੇ ਲਈ ਇੱਕ ਕੋਲੇਜੀਅਮ ਸਿਸਟਮ ਬਣਿਆ ਹੋਇਆ ਹੈ। ਇਹਨੂੰ ਸੁਪਰੀਮ ਕੋਰਟ ਨੇ ਕਦੋਂ ਅਡੋਪਟ ਕੀਤਾ ਸੀ? ਇਹ ਕੀਤਾ ਸੀ 1993 ਦੇ ਵਿੱਚ। ਇਹ ਵੀ ਧਿਆਨ 'ਚ ਰੱਖ ਲੈਣਾ ਜੀ। ਸੁਪਰੀਮ ਕੋਰਟ ਦੇ ਜੱਜਾਂ ਨੂੰ ਕਿਵੇਂ ਹਟਾਇਆ ਜਾ ਸਕਦਾ ਜੀ? ਇਹਨੂੰ ਹਟਾਏਗਾ ਰਾਸ਼ਟਰਪਤੀ, ਪਰ ਸੰਸਦ ਦੀ ਸਿਫਾਰਿਸ਼ ਤੇ। ਜਦੋਂ 2/3 ਬਹੁਮਤ ਦੇ ਨਾਲ ਮਤਾ ਪਾਸ ਹੋਏਗਾ ਉਸ ਤੋਂ ਬਾਅਦ ਰਾਸ਼ਟਰਪਤੀ ਹਟਾਏਗਾ ਜੀ। ਸੁਪਰੀਮ ਕੋਰਟ ਦਾ ਇੱਕ ਜੱਜ ਇਸ ਨੂੰ ਲਿਖ ਕੇ ਆਪਣੇ ਅਹੁਦੇ ਤੋਂ ਅਸਤੀਫਾ ਦਿੰਦਾ, ਦੱਸਣਾ ਵੀ ਕਿਹਨੂੰ ਅਸਤੀਫਾ ਭੇਜੇਗਾ ਸੁਪਰੀਮ ਕੋਰਟ ਜੱਜ, ਉਹ ਰਾਸ਼ਟਰਪਤੀ ਨੂੰ ਭੇਜੇਗਾ ਜੀ। ਸੁਪਰੀਮ ਕੋਰਟ ਦੇ ਜੱਜ ਦੀਆਂ ਯੋਗਤਾਵਾਂ ਜੀ। ਭਾਰਤ ਦਾ ਨਾਗਰਿਕ ਹੋਵੇ, ਘੱਟੋ ਘੱਟ 5 ਸਾਲ ਹਾਈ ਕੋਰਟ, 1 ਜਾਂ 2 ਤੋਂ ਵੱਧ ਹਾਈ ਕੋਰਟ ਦੇ ਵਿੱਚ ਜੱਜ ਦੀ ਤੌਰ ਤੇ ਸੇਵਾ ਨਿਭਾਈ ਹੋਵੇ, ਤੇ 10 ਸਾਲ ਤੱਕ ਉਹਨੇ ਵਕਾਲਤ ਕੀਤੀ ਹੋਵੇ। ਦੋਵਾਂ 'ਚੋਂ ਇੱਕ ਕੰਡੀਸ਼ਨ ਹੈ, ਜਾਂ ਤਾਂ 10 ਸਾਲ ਉਹਨੇ ਹਾਈ ਕੋਰਟ ਦੇ ਵਿੱਚ ਐਜ਼ ਆ ਵਕੀਲ ਕੰਮ ਕੀਤਾ ਹੋਵੇ, ਜਾਂ 5 ਸਾਲ ਐਜ਼ ਆ ਜੱਜ ਉਹਨੇ ਕੰਮ ਕੀਤਾ ਹੋਵੇ, ਤਾਂ ਫਿਰ ਉਹ ਐਲੀਜੀਬਲ ਹੋ ਜਾਏਗਾ ਸੁਪਰੀਮ ਕੋਰਟ ਦਾ ਜੱਜ ਬਣਨ ਦੇ ਲਈ। ਤੇ ਇੱਕ ਗੱਲ ਧਿਆਨ ਰੱਖਣੀ ਹੈ, ਉਹ ਵੀ ਰਾਸ਼ਟਰਪਤੀ ਦੀ ਨਜ਼ਰ ਦੇ ਵਿੱਚ ਉੱਚ ਕੋਟੀ ਦਾ ਕਾਨੂੰਨ ਮਾਹਰ ਹੋਣਾ ਚਾਹੀਦਾ, ਜਾਣਕਾਰ ਹੋਣਾ ਚਾਹੀਦਾ, ਕਿਉਂਕਿ ਉਹਦੀ ਅਪਾਇੰਟਮੈਂਟ ਰਾਸ਼ਟਰਪਤੀ ਨੇ ਕਰਨੀ ਹੈ। ਸੁਪਰੀਮ ਕੋਰਟ ਦਾ ਜੱਜ ਸੇਵਾ ਮੁਕਤ ਹੋਣ ਤੋਂ ਬਾਅਦ, ਵੈਰੀ ਇੰਪੋਰਟੈਂਟ ਫੈਕਟ ਹੈ, ਧਿਆਨ ਰੱਖ ਲਓ, ਕਿਸੇ ਵੀ ਅਦਾਲਤ ਦੇ ਅੱਗੇ ਅਭਿਆਸ ਨਹੀਂ ਕਰ ਸਕਦਾ, ਪ੍ਰੈਕਟਿਸ ਨਹੀਂ ਕਰ ਸਕਦਾ। ਵੀ ਜਦੋਂ ਸੁਪਰੀਮ ਕੋਰਟ ਦਾ ਜੱਜ ਰਿਟਾਇਰ ਹੋ ਜਾਏਗਾ 65 ਸਾਲ ਦੀ ਉਮਰ ਦੇ ਵਿੱਚ, ਉਸ ਤੋਂ ਬਾਅਦ ਉਹ ਕਿਸੇ ਵੀ ਭਾਰਤ ਦੀ ਕੋਰਟ ਦੇ ਵਿੱਚ, ਠੀਕ ਹੈ, ਐਜ਼ ਆ ਲੋਅਰ ਵਕੀਲ ਦੇ ਤੌਰ ਤੇ ਕੰਮ ਨਹੀਂ ਕਰ ਸਕਦਾ। ਠੀਕ ਹੈ, ਧਿਆਨ ਰੱਖ ਲੈਣਾ। ਤੇ ਸੁਪਰੀਮ ਕੋਰਟ ਦੇ ਜੱਜ ਨੂੰ ਉਹਦੇ ਅਹੁਦੇ ਤੇ ਗੁਪਤਤਾ ਦੀ ਸਹੁੰ ਰਾਸ਼ਟਰਪਤੀ ਦੁਆਰਾ ਚੁਕਾਈ ਜਾਂਦੀ ਹੈ। ਚੀਫ ਜਸਟਿਸ ਦੀ ਰਾਸ਼ਟਰਪਤੀ ਪੂਰਵ ਪ੍ਰਵਾਨਗੀ ਦੇ ਨਾਲ ਦਿੱਲੀ ਤੋਂ ਇਲਾਵਾ ਕਿਸੇ ਹੋਰ ਥਾਂ ਤੇ ਸੁਪਰੀਮ ਕੋਰਟ ਦੀਆਂ ਮੀਟਿੰਗਾਂ ਬੁਲਾ ਸਕਦਾ ਹੈ। ਠੀਕ ਹੈ ਜੀ। ਵੈਸੇ ਸੁਪਰੀਮ ਕੋਰਟ ਦੀ ਜਿਹੜੀ ਬੈਠਦੀ ਹੈ ਉਹ ਦਿੱਲੀ ਵਿੱਚ ਬੈਠਦੀ ਹੈ, ਪਰ ਜਿਹੜਾ ਚੀਫ ਜਸਟਿਸ ਹੈ ਉਹ ਜਿਹੜਾ ਰਾਸ਼ਟਰਪਤੀ ਹੈ ਉਸ ਤੋਂ ਪ੍ਰਵਾਨਗੀ ਲੈ ਕੇ ਕਿਤੇ ਹੋਰ ਵੀ ਇਹਦੀ ਮੀਟਿੰਗ ਕਰ ਸਕਦਾ ਹੈ। ਠੀਕ ਹੈ, 2 ਵਾਰ ਇਹਦਾ ਆਯੋਜਨ ਹੋ ਚੁੱਕਿਆ, ਇੱਕ ਹੈਦਰਾਬਾਦ, ਇੱਕ ਸ਼੍ਰੀਨਗਰ ਦੇ ਵਿੱਚ। ਇਹ ਧਿਆਨ ਰੱਖ ਲੈਣੇ, ਸਾਰੇ ਫੈਕਟ ਇੰਪੋਰਟੈਂਟ ਹੈ ਜੀ। ਸੁਪਰੀਮ ਕੋਰਟ ਵਿੱਚ ਜੱਜ ਨਿਯੁਕਤ ਕਰਨ ਦੇ ਲਈ ਕਿਸੇ ਵਿਅਕਤੀ ਨੂੰ ਘੱਟੋ ਘੱਟ ਕਿੰਨੇ ਸਾਲ ਉੱਚ ਅਦਾਲਤ ਦਾ ਐਡਵੋਕੇਟ ਹੋਣਾ ਚਾਹੀਦਾ ਜੀ? ਐਡਵੋਕੇਟ ਪੁੱਛਿਆ, ਵਕੀਲ ਪੁੱਛਿਆ, 10 ਸਾਲ ਆਏਗਾ। ਜੇ ਜੱਜ ਹੁੰਦਾ ਤਾਂ 5 ਸਾਲ ਹੋਣਾ ਸੀਗਾ। ਇਹ ਧਿਆਨ ਰੱਖ ਲੈਣਾ ਜੀ। ਸੁਪਰੀਮ ਕੋਰਟ ਦੇ ਜੱਜ ਦੀ ਯੋਗਤਾ ਇਹਨਾਂ ਵਿੱਚੋਂ ਕਿਹੜੀ ਹੈ ਜੀ? ਘੱਟੋ ਘੱਟ 5 ਸਾਲ ਇੱਕ ਜਾਂ ਇੱਕ ਤੋਂ ਵੱਧ ਹਾਈ ਕੋਰਟ ਦੇ ਜੱਜ ਵਜੋਂ ਸੇਵਾ ਕੀਤੀ ਹੋਵੇ। ਹਾਂਜੀ, ਇਹ ਵੀ ਹੈਗੀ ਯੋਗਤਾ। ਲਗਾਤਾਰ 10 ਸਾਲ ਇੱਕ ਜਾਂ ਇੱਕ ਤੋਂ ਵੱਧ ਹਾਈ ਕੋਰਟ ਵਿੱਚ ਵਕੀਲ ਰਿਹਾ ਹੋਵੇ, ਇਹ ਵੀ ਯੋਗਤਾ ਹੈਗੀ ਹੈ ਜੀ। ਤੇ ਰਾਸ਼ਟਰਪਤੀ ਦੀ ਨਜ਼ਰ ਵਿੱਚ ਉੱਚ ਕੋਟੀ ਦਾ ਜਾਣਕਾਰ ਹੋਵੇ, ਇਹ ਵੀ ਹੈਗੀ। ਤੇ ਉਪਰੋਕਤ ਇੱਥੇ ਲਿਖਣਾ ਸੀ ਉਪਰੋਕਤ ਸਾਰੇ। ਠੀਕ ਹੈ ਜੀ, ਉਪਰੋਕਤ ਸਾਰੇ ਆਏਗਾ ਜੀ ਇਹਦਾ ਉੱਤਰ। ਸਾਰੀਆਂ ਯੋਗਤਾਵਾਂ ਹੋਣੀਆਂ ਚਾਹੀਦੀਆਂ ਜੀ। ਹਾਂਜੀ, ਦੀ ਜੱਜਸ ਆਫ ਸੁਪਰੀਮ ਕੋਰਟ ਆਫਟਰ ਰਿਟਾਇਰਮੈਂਟ ਆਰ ਪਰਮਿਟਡ ਟੂ ਕੈਰੀ ਔਨ ਪ੍ਰੈਕਟਿਸ ਬਿਫੋਰ। ਰਿਟਾਇਰਮੈਂਟ ਤੋਂ ਬਾਅਦ ਸੁਪਰੀਮ ਕੋਰਟ ਦੇ ਜੱਜ ਹੈ, ਕਿੱਥੇ ਆਪਣੀ ਪ੍ਰੈਕਟਿਸ ਦੀ ਕਰਨ ਦੀ ਉਹਨਾਂ ਨੂੰ ਆਗਿਆ ਹੈ। ਹਾਂਜੀ, ਸੁਪਰੀਮ ਕੋਰਟ ਦੇ ਜੱਜ ਕਿਸੇ ਵੀ ਕੋਰਟ ਵਿੱਚ ਪ੍ਰੈਕਟਿਸ ਨਹੀਂ ਕਰ ਸਕਦੇ। ਨਨ ਆਫ ਦੀ ਕੋਰਟ, ਕਿਸੇ ਵੀ ਕੋਰਟ ਦੇ ਵਿੱਚ ਨਹੀਂ ਕਰ ਸਕਦੇ। ਸੁਪਰੀਮ ਕੋਰਟ ਦਾ ਅਧਿਕਾਰ ਖੇਤਰ ਦੇ ਅਧਿਕਾਰ ਖੇਤਰ ਦੇ ਵਿੱਚ ਸਭ ਤੋਂ ਪਹਿਲਾਂ ਮੂਲ ਅਧਿਕਾਰ ਖੇਤਰ ਕਿਹੜੇ ਮਾਮਲੇ ਸਿੱਧੇ ਆਪਾਂ ਸੁਪਰੀਮ ਕੋਰਟ ਵਿੱਚ ਲਿਜਾ ਸਕਦੇ ਹਾਂ? ਮੂਲ ਦੇ ਵਿੱਚ ਹੁੰਦੇ ਆ ਜੀ, ਜਦੋਂ ਇੱਕ ਪਾਸੇ ਸੈਂਟਰ ਤੇ ਇੱਕ ਰਾਜ ਸਰਕਾਰ ਜਾਂ ਵੱਧ ਰਾਜ ਸਰਕਾਰਾਂ ਹੋਣ ਤਾਂ ਉਸ ਮਾਮਲੇ ਸਿੱਧੇ ਆਪਾਂ ਉਹ ਸੁਪਰੀਮ ਕੋਰਟ ਲਿਜਾ ਸਕਦੇ ਹਾਂ। ਇੱਕ ਪਾਸੇ ਧਿਰ ਹੋਵੇ ਸੈਂਟਰ ਗਵਰਨਮੈਂਟ ਤੇ ਦੂਜੇ ਪਾਸੇ ਰਾਜ, ਇੱਕ ਜਾਂ ਇੱਕ ਤੋਂ ਵੱਧ ਰਾਜਾਂ ਦੇ ਵਿਚਕਾਰ ਕੋਈ ਵਿਵਾਦ ਹੋਵੇ, ਉਹ ਵੀ ਆਪਾਂ ਸਿੱਧਾ ਕਿੱਥੇ ਲਿਜਾ ਸਕਦੇ ਹਾਂ ਜੀ? ਸੁਪਰੀਮ ਕੋਰਟ। ਅਜਿਹਾ ਮਾਮਲਾ ਜਿਹਦੇ ਵਿੱਚ 2 ਜਾਂ 2 ਤੋਂ ਵੱਧ ਰਾਜ ਸਰਕਾਰਾਂ ਦਾ ਵਿਵਾਦ ਹੈ ਤਾਂ ਉਹ ਵੀ ਆਪਾਂ ਸਿੱਧਾ ਕਿੱਥੇ ਲਿਜਾ ਸਕਦੇ ਹਾਂ? ਸੁਪਰੀਮ ਕੋਰਟ। ਸੁਪਰੀਮ ਕੋਰਟ ਦੇ ਵਿੱਚ ਮੂਲ ਅਧਿਕਾਰ ਹੈ ਜਿਹੜੇ, ਜਿਹਨੂੰ ਆਪਾਂ ਓਰੀਜਨਲ ਕਵਾਂਗੇ, ਜਿਹੜਾ ਸੁਪਰੀਮ ਕੋਰਟ ਦਾ ਮੂਲ ਅਧਿਕਾਰ ਹੈ ਉਹਦੇ ਵਿੱਚ ਖੇਤਰ ਦੇ ਵਿੱਚ ਆਪਾਂ ਰਾਜਾਂ ਤੇ ਸੈਂਟਰ ਗਵਰਨਮੈਂਟ ਦੇ ਨਾਲ ਸੰਬੰਧਿਤ ਜਿੰਨੇ ਵੀ ਵਿਵਾਦ ਹੈ ਉਹਨੂੰ ਆਪਾਂ ਸਿੱਧੇ ਲਿਜਾ ਸਕਦੇ ਹਾਂ ਸੁਪਰੀਮ ਕੋਰਟ ਦੇ ਵਿੱਚ। ਸੁਪਰੀਮ ਕੋਰਟ ਜਿਹੜਾ ਹੈਗਾ ਉਸੇ ਵਿਵਾਦ ਤੇ ਫੈਸਲੇ ਕਰਨ ਦਾ ਅਧਿਕਾਰ ਖੇਤਰ ਰੱਖਦਾ ਹੈ ਜਿੱਥੇ ਕੋਈ ਤੱਥ ਜਾਂ ਕਾਨੂੰਨ ਦਾ ਸਵਾਲ ਪੈਦਾ ਹੋਵੇ। ਠੀਕ ਹੈ, ਕਾਨੂੰਨ ਦੀ ਵਿਆਖਿਆ ਜਾਂ ਤੱਥਾਂ ਦੀ ਵਿਆਖਿਆ ਦੀ ਗੱਲ ਹੋਵੇ, ਉਹੀ ਸਾਰੇ ਮਾਮਲੇ ਸਿੱਧੇ ਆਪਾਂ ਸੁਪਰੀਮ ਕੋਰਟ ਲਿਜਾ ਸਕਦੇ ਹਾਂ ਜੀ। ਕੇਂਦਰ ਅਤੇ ਰਾਜ ਸਰਕਾਰ ਦੇ ਵਿਵਾਦ ਦਾ ਫੈਸਲਾ ਕਰਨ ਦੀ ਭਾਰਤੀ ਸੁਪਰੀਮ ਕੋਰਟ ਦੀ ਕਿਹੜੀ ਸ਼ਕਤੀ ਹੈ ਜੀ? ਇਹ ਜਿਹੜੀ ਸ਼ਕਤੀ ਹੈਗੀ ਹੈ ਜੀ ਆਪਣੇ ਕੋਲ ਮੂਲ ਅਧਿਕਾਰ ਹੈ ਜਿਹੜੀ ਇਹ ਸ਼ਕਤੀ ਹੈ ਜੀ। ਠੀਕ ਹੈ ਜੀ। ਹਾਂਜੀ, ਹੁਣ ਕੁਝ ਹੋਰ ਇੰਪੋਰਟੈਂਟ ਜਿਹੜੇ ਫੈਕਟ ਜਿਹੜੇ ਧਿਆਨ 'ਚ ਰੱਖਣੇ ਆ ਜੀ। ਹਾਂਜੀ, ਦੂਸਰਾ ਹੈ ਅਪੀਲੀ ਅਧਿਕਾਰ ਖੇਤਰ। ਇਹ ਕਹਿੰਦੇ ਦੇਸ਼ ਦੀ ਸਭ ਤੋਂ ਵੱਡੀ ਅਪੀਲੀ ਅਦਾਲਤ ਸੁਪਰੀਮ ਕੋਰਟ ਹੈ। ਆਰਟੀਕਲ 132 ਦੇ ਤਹਿਤ ਭਾਰਤ ਦੀਆਂ ਸਾਰੀਆਂ ਹਾਈ ਕੋਰਟ ਦੇ ਜਿਹੜੇ ਫੈਸਲੇ ਦੀ ਸੁਣਵਾਈ ਹੈ ਜਿਹੜੀ ਉਹ ਐਜ਼ ਆ ਅਪੀਲ ਹੈ ਜਿਹੜਾ ਉਹਨੂੰ ਸੁਣਵਾਈ ਕਰਦਾ ਸੁਪਰੀਮ ਕੋਰਟ।
ਕਿ 3 ਤਰ੍ਹਾਂ ਦੇ ਕੇਸਾਂ ਦੀ ਸੁਣਵਾਈ ਕੀਤੀ ਜਾਂਦੀ ਹੈ ਅਪੀਲ ਦੇ ਤੌਰ ਤੇ, ਸੰਵਿਧਾਨਿਕ ਮਾਮਲਿਆਂ ਸੰਬੰਧੀ, ਦੀਵਾਨੀ ਤੇ ਫੌਜਦਾਰੀ। ਠੀਕ ਹੈ ਜੀ। ਸੰਵਿਧਾਨਿਕ ਜਿਹਦੇ ਵਿੱਚ ਸੰਵਿਧਾਨ ਦਾ ਕੋਈ ਇਸ਼ੂ ਹੋਵੇ, ਦੀਵਾਨੀ ਪੈਸੇ ਧੇਲੇ ਨਾਲ, ਠੱਗੀ ਠੋਰੀ ਨਾਲ, ਫੌਜਦਾਰੀ ਕਤਲ ਨਾਲ ਸੰਬੰਧਿਤ ਕੇਸ ਜਿਹੜੇ ਉਹ ਸਾਰੇ ਇਹਦੇ ਵਿੱਚ ਆਉਣਗੇ। ਹਾਂਜੀ, ਨੰਬਰ 3 ਕਿਹੜਾ ਅਧਿਕਾਰ ਖੇਤਰ ਸੁਪਰੀਮ ਕੋਰਟ ਦਾ? ਸਲਾਹਕਾਰ ਅਧਿਕਾਰ ਖੇਤਰ। ਆਰਟੀਕਲ 143 ਯਾਦ ਕਰ ਲੈਣਾ, ਵੈਰੀ ਇੰਪੋਰਟੈਂਟ। ਇਹਦੇ ਤਹਿਤ ਜਿਹੜਾ ਰਾਸ਼ਟਰਪਤੀ ਨੂੰ ਜਨਤਕ ਮਹੱਤਤਾ ਵਾਲੇ ਜਿਹੜੇ ਵਿਵਾਦ ਆ ਉਹਦੇ ਤੇ ਸੁਪਰੀਮ ਕੋਰਟ ਤੋਂ ਸਲਾਹ ਲੈਣ ਦਾ ਅਧਿਕਾਰ ਹੈ। ਆਰਟੀਕਲ 143 ਦੇ ਤਹਿਤ ਜਿਹੜਾ ਰਾਸ਼ਟਰਪਤੀ ਹੈ ਉਹ ਸੁਪਰੀਮ ਕੋਰਟ ਦੇ 5 ਜੱਜਾਂ ਦੇ ਬੈਂਚ ਤੋਂ ਕਿਸੇ ਵੀ ਜਨਤਕ ਮਹੱਤਤਾ ਦੇ ਮਾਮਲੇ ਤੇ ਸਲਾਹ ਲੈ ਸਕਦਾ ਹੈ। ਉਸ ਸਲਾਹ ਨੂੰ ਸਵੀਕਾਰ ਕਰਨਾ ਜਾਂ ਰੱਦ ਕਰਨਾ ਰਾਸ਼ਟਰਪਤੀ ਦੀ ਆਪਣੀ ਮਰਜ਼ੀ ਹੈ ਜੀ। ਅੱਗੇ ਜੁਡੀਸ਼ੀਅਲ ਰਿਵਿਊ ਦਾ ਅਧਿਕਾਰ, ਇਹ ਵੀ ਬਹੁਤ ਇੰਪੋਰਟੈਂਟ ਹੈ ਜੀ, ਇਹ ਵੀ ਧਿਆਨ 'ਚ ਰੱਖ ਲੈਣਾ ਹੈ ਤੇ ਆ ਵੀ ਧਿਆਨ 'ਚ ਰੱਖ ਲੈਣਾ ਹੈ 143 ਆਰਟੀਕਲ। ਹਾਂਜੀ, ਆਰਟੀਕਲ 137 ਦੇ ਤਹਿਤ ਸੁਪਰੀਮ ਕੋਰਟ ਨੂੰ ਆਪਣੇ ਦੁਆਰਾ ਦਿੱਤੇ ਗਏ ਆਦੇਸ਼ ਜਾਂ ਫੈਸਲੇ ਤੇ ਮੁੜ ਵਿਚਾਰ ਕਰਨ ਦੀ ਸ਼ਕਤੀ ਹੈ। ਜੇਕਰ ਉੱਚ ਸਮਝੇ ਤਾਂ ਇਹਨਾਂ ਵਿੱਚ ਲੋੜੀਂਦੀ ਤਬਦੀਲੀ ਕਰ ਸਕਦੀ ਹੈ। ਵੀ ਸੁਪਰੀਮ ਕੋਰਟ ਨੇ ਕੋਈ ਜੱਜਮੈਂਟ ਦੇ ਦਿੱਤੀ, ਬਾਅਦ ਵਿੱਚ ਉਹਨੂੰ ਐਂ ਲੱਗਿਆ ਕਿ ਇਹ ਜੱਜਮੈਂਟ ਗਲਤ ਦਿੱਤੀ ਗਈ ਹੈ ਤੇ ਫਿਰ ਉਹਨੂੰ ਜੁਡੀਸ਼ੀਅਲ ਦਾ ਰਿਵਿਊ ਕਰੇਗੀ ਤੇ ਫਿਰ ਉਸ ਜੱਜਮੈਂਟ ਦੇ ਵਿੱਚ ਕੁਝ ਤਬਦੀਲੀਆਂ ਕਰ ਸਕਦੀ ਹੈ ਉਹ। ਠੀਕ ਹੈ ਜੀ, ਕਹਿਣ ਦਾ ਮਤਲਬ ਇਹ ਹੈ ਆਰਟੀਕਲ 137 ਯਾਦ ਰੱਖਣਾ ਜੀ, ਜੁਡੀਸ਼ੀਅਲ ਰਿਵਿਊ ਦੇ ਨਾਲ ਸੰਬੰਧਿਤ ਹੈ। ਹਾਂਜੀ, ਭਾਰਤੀ ਸੁਪਰੀਮ ਕੋਰਟ ਨੂੰ ਕਾਨੂੰਨੀ ਤੱਥਾਂ ਦੇ ਮਾਮਲਿਆਂ ਤੇ ਰਾਸ਼ਟਰਪਤੀ ਨੂੰ ਕੌਣ ਸਲਾਹ ਦਿੱਤੀ ਜਾਂਦੀ ਹੈ? ਕਦੋਂ ਦਿੱਤੀ ਜਾਂਦੀ ਹੈ? ਜਦੋਂ ਉਹ ਸਲਾਹ ਮੰਗੇ ਰਾਸ਼ਟਰਪਤੀ, ਉਦੋਂ ਦੇਣੀ ਹੈ ਸੁਪਰੀਮ ਕੋਰਟ ਨੇ, ਆਰਟੀਕਲ 143 ਦੇ ਤਹਿਤ। ਠੀਕ ਹੈ ਜੀ, ਜਦੋਂ ਮੰਗੇ ਉਦੋਂ ਦੇਣੀ ਹੈ ਸੁਪਰੀਮ ਕੋਰਟ ਦੇ 5 ਜੱਜਾਂ ਦੇ ਬੈਂਚ ਨੇ ਰਾਸ਼ਟਰਪਤੀ ਨੂੰ ਜੀ। ਭਾਰਤ ਵਿੱਚ ਨਿਆਇਕ ਪੁਨਰ ਸ਼ਕਤੀ ਦੀ ਵਰਤੋਂ ਕੀਤੀ ਜਾਂਦੀ ਹੈ। ਠੀਕ ਹੈ ਜੀ, ਇਹ ਸਿਰਫ ਪਾਵਰ ਸੁਪਰੀਮ ਕੋਰਟ ਹੈ ਜੀ, ਜੁਡੀਸ਼ੀਅਲ ਰਿਵਿਊ ਦੀ ਪਾਵਰ ਇਕੱਲੀ ਸੁਪਰੀਮ ਕੋਰਟ ਕੋਲ ਹੈ, ਧਿਆਨ ਰੱਖ ਲੈਣਾ ਜੀ। ਹੇਠ ਲਿਖਿਆਂ ਵਿੱਚੋਂ ਕਿਹੜਾ ਕੇਸ ਸਿੱਧੇ ਸੁਪਰੀਮ ਕੋਰਟ ਦੇ ਦਾਇਰੇ ਵਿੱਚ ਨਹੀਂ ਆ ਸਕਦਾ? ਦੋ ਜਾਂ ਦੋ ਤੋਂ ਰਾਜਾਂ ਦੇ ਵਿਚਕਾਰ ਨਹੀਂ ਆ ਸਕਦਾ ਪੁੱਛਿਆ ਉਹਨਾਂ ਨੇ ਜੀ। ਹਾਂਜੀ, ਦੋ ਇਹ ਆ ਸਕਦਾ ਜੀ, ਮੌਲਿਕ ਅਧਿਕਾਰਾਂ ਦੀ ਉਲੰਘਣਾ ਦਾ ਵੀ ਆ ਸਕਦਾ, ਇੱਕ ਵਿਅਕਤੀ ਦੀ ਜਾਇਦਾਦ ਦੂਜੇ ਦੁਆਰਾ ਜਬਰੀ ਹਥਿਆਈ ਗਈ ਹੈ, ਇਹ ਨਹੀਂ ਆ ਸਕਦਾ ਜੀ। ਇਹਦਾ ਰਾਈਟ ਆਨਸਰ ਆ ਜਾਏਗਾ ਸੀ। ਨਿਆਇਕ ਸਮੀਖਿਆ ਦੇ ਵਿੱਚ ਅਦਾਲਤ ਕੋਲ ਨਿਮਨਲਿਖਤ ਸ਼ਕਤੀਆਂ ਹੁੰਦੀਆਂ। ਠੀਕ ਹੈ ਜੀ, ਜੇਕਰ ਕੋਈ ਕਾਨੂੰਨ ਜਾਂ ਆਦੇਸ਼ ਸੰਵਿਧਾਨ ਦੇ ਉਲਟਾ ਤਾਂ ਉਸ ਨੂੰ ਅਸੰਵਿਧਾਨਿਕ ਘੋਸ਼ਿਤ ਕੀਤਾ ਜਾਂਦਾ। ਆਹੀ ਹੈ ਜੀ, ਇਹਨੂੰ ਕਹਿੰਦੇ ਜੁਡੀਸ਼ੀਅਲ ਰਿਵਿਊ। ਵੀ ਕੋਈ ਕਾਨੂੰਨ ਜਾਂ ਕੋਈ ਆਦੇਸ਼ ਦੇਤਾ ਜਿਹੜਾ ਕਿ ਸੰਵਿਧਾਨ ਦੇ ਉਲਟ ਦਿੱਤਾ ਗਿਆ ਤਾਂ ਉਹਨੂੰ ਕੀ ਕਰੇਗੀ? ਅਸੰਵਿਧਾਨਿਕ ਘੋਸ਼ਿਤ ਕਰ ਦੇਗੀ, ਜਾਣੀ ਕਿ ਉਸ ਫੈਸਲੇ ਨੂੰ ਪਲਟ ਦੇਗੀ। ਠੀਕ ਹੈ ਜੀ, ਇਹਨੂੰ ਕਹਿੰਦੇ ਜੁਡੀਸ਼ੀਅਲ ਰਿਵਿਊ। ਹਾਂਜੀ, ਜਿਹੜੇ ਜੁਡੀਸ਼ੀਅਲ ਰਿਵਿਊ ਹੈ ਪ੍ਰਣਾਲੀ ਹੈ, ਜਿਹੜੀ ਜੁਡੀਸ਼ੀਅਲ ਰਿਵਿਊ ਪ੍ਰਣਾਲੀ ਹੈ ਉਹ ਕਿੱਥੇ ਕਿੱਥੇ ਹੈ ਜੀ? ਇਹ ਭਾਰਤ ਤੇ ਅਮਰੀਕਾ ਵਿੱਚ ਹੈ। ਭਾਰਤ ਨੇ ਇਹ ਅਮਰੀਕਾ ਤੋਂ ਹੀ ਸੰਵਿਧਾਨ ਤੋਂ ਨਕਲ ਮਾਰੀ ਹੈ ਜੀ। ਠੀਕ ਹੈ ਜੀ, ਇਹ ਧਿਆਨ ਰੱਖਣਾ ਜੀ। ਸੰਵਿਧਾਨ ਦਾ ਵਿਆਖਿਆਕਾਰ ਤੇ ਰਖਵਾਲਾ ਕੌਣ ਹੈ ਜੀ? ਠੀਕ ਹੈ ਜੀ, ਇਹ ਸੁਪਰੀਮ ਕੋਰਟ ਹੈ ਜੀ। ਸੰਵਿਧਾਨ ਦਾ ਰਖਵਾਲਾ ਕੌਣ ਹੈ ਜੀ? ਸੁਪਰੀਮ ਕੋਰਟ ਹੈ। ਸੰਵਿਧਾਨ ਦੀ ਕਿਹੜੀ ਧਾਰਾ ਸੁਪਰੀਮ ਕੋਰਟ ਨੂੰ ਆਪਣੇ ਫੈਸਲੇ ਦੇ ਦੁਆਰਾ ਸਮੀਖਿਆ ਕਰਨ ਦੀ ਇਜਾਜ਼ਤ ਦਿੰਦੀ ਹੈ? ਇਹਨੂੰ ਕਹਿੰਦੇ ਜੁਡੀਸ਼ੀਅਲ ਰਿਵਿਊ, ਆਰਟੀਕਲ 137। ਠੀਕ ਹੈ ਜੀ, ਇਹ ਧਿਆਨ ਰੱਖ ਲੈਣਾ, ਜੁਡੀਸ਼ੀਅਲ ਰਿਵਿਊ ਹੈ। ਹੇਠਾਂ ਵਿੱਚੋਂ ਕਿਹੜਾ ਭਾਰਤੀ ਦੀ ਸੁਪਰੀਮ ਕੋਰਟ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ? ਹਾਂਜੀ, ਅਪੀਲੀ ਵੀ ਆਉਂਦਾ ਹੈ, ਓਰੀਜਨਲ ਵੀ ਆਉਂਦਾ ਹੈ, ਸਲਾਹਕਾਰੀ ਵੀ ਆਉਂਦਾ ਹੈ, ਵਿੱਤੀ ਫਾਈਨੈਂਸ਼ੀਅਲ ਨਹੀਂ ਆਉਂਦਾ ਜੀ। ਇਹਦਾ ਰਾਈਟ ਆਨਸਰ ਬਣੂਗਾ ਜੀ ਸੀ, ਡੀ। ਹਾਂਜੀ, ਨੈਕਸਟ ਆਪਣੇ ਕੋਲ ਹੈ ਕੋਰਟ ਆਫ ਰਿਕਾਰਡ। ਆਰਟੀਕਲ 129 ਦੇ ਵਿੱਚ ਕੋਰਟ ਆਫ ਰਿਕਾਰਡ ਆ ਜਿਹੜਾ ਇਹ ਦੱਸਿਆ ਗਿਆ ਵੀ ਸੁਪਰੀਮ ਕੋਰਟ ਕੋਲ ਕੋਰਟ ਆਫ ਰਿਕਾਰਡ ਦਾ ਸਥਾਨ ਹੈ। ਇਹਦਾ ਮਤਲਬ ਇਹ ਹੈ ਵੀ ਜਦੋਂ ਸੁਪਰੀਮ ਕੋਰਟ ਜਿੰਨੇ ਵੀ ਫੈਸਲੇ ਦਿੰਦੀ ਹੈ ਉਹਨਾਂ ਫੈਸਲਿਆਂ ਨੂੰ ਇੱਕ ਰਿਕਾਰਡ ਦੇ ਰੂਪ ਵਿੱਚ ਰੱਖਿਆ ਜਾਂਦਾ ਹੈ ਤੇ ਜਦੋਂ ਅਜਿਹੇ ਮਾਮਲਿਆਂ ਨਾਲ ਸੰਬੰਧਿਤ ਕੋਈ ਹੋਰ ਮਾਮਲੇ ਆਉਂਦੇ ਆ ਤਾਂ ਪਿਛਲੇ ਦਿੱਤੇ ਹੋਏ ਫੈਸਲਿਆਂ ਨੂੰ ਹਵਾਲਾ ਬਣਾ ਕੇ ਉਹਦੀ ਜੱਜਮੈਂਟ ਤਿਆਰ ਕੀਤੀ ਜਾਂਦੀ ਹੈ। ਠੀਕ ਹੈ, ਕਲੀਅਰ ਹੋ ਗਈ? ਇਹ ਇਹਨੂੰ ਕਹਿੰਦੇ ਆ ਕੋਰਟ ਆਫ ਰਿਕਾਰਡ। ਠੀਕ ਹੈ ਜੀ, ਅੱਗੇ ਹੈ ਜੀ ਮੌਲਿਕ ਅਧਿਕਾਰਾਂ ਦਾ ਰਖਵਾਲਾ। ਠੀਕ ਹੈ ਜੀ, ਭਾਰਤ ਦੀ ਜਿਹੜੀ ਸੁਪਰੀਮ ਕੋਰਟ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਦੀ ਰਖਵਾਲੀ ਹੈ। ਆਰਟੀਕਲ 32 ਦੇ ਵਿੱਚ ਵਿਸ਼ੇਸ਼ ਤੌਰ ਤੇ ਸੁਪਰੀਮ ਕੋਰਟ ਮੌਲਿਕ ਅਧਿਕਾਰਾਂ ਨੂੰ ਲਾਗੂ ਕਰਨ ਲਈ ਲੋੜੀਂਦੀ ਕਾਰਵਾਈ ਲਈ ਜ਼ਿੰਮੇਦਾਰ ਹੈ। ਇਹਦੇ ਸੰਬੰਧ ਦੇ ਵਿੱਚ 5 ਰਿਟਾਂ ਵੀ ਜਾਰੀ ਕਰ ਸਕਦੀ ਹੈ। ਠੀਕ ਹੈ ਜੀ, ਇਹ ਵੈਰੀ ਇੰਪੋਰਟੈਂਟ ਹੈ। ਆਰਟੀਕਲ 32 ਦੇ ਤਹਿਤ ਜਿਹੜੀ ਸੁਪਰੀਮ ਕੋਰਟ ਹੈ ਜਿਹੜੀ ਉਹ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਦੀ ਰਾਖੀ ਕਰਦੀ ਹੈ। ਹਾਈ ਕੋਰਟ ਆ ਉਹ 226 ਆਰਟੀਕਲ ਦੇ ਤਹਿਤ ਰੱਖਿਆ ਕਰਦੀ ਹੈ, ਇਹ ਧਿਆਨ ਰੱਖ ਲੈਣਾ ਜੀ। ਹਾਂਜੀ, ਕਿਹੜਾ ਆਰਟੀਕਲ ਕੋਰਟ ਆਫ ਰਿਕਾਰਡ ਆਫ ਸੁਪਰੀਮ ਕੋਰਟ ਦਾ ਸਥਾਨ ਦਿੰਦਾ? ਆਰਟੀਕਲ 129 ਹੈ, ਇਹ ਧਿਆਨ ਰੱਖ ਲੈਣਾ ਜੀ, ਵੈਰੀ ਇੰਪੋਰਟੈਂਟ ਹੈ। ਹੇਠਾਂ ਦਿੱਤੇ ਕੇਸਾਂ ਵਿੱਚੋਂ ਕਿਸ ਨੇ ਭਾਰਤੀ ਸੰਵਿਧਾਨ ਦੀ ਬੁਨਿਆਦੀ ਢਾਂਚੇ ਦੀ ਧਾਰਨਾ ਨੂੰ ਪੇਸ਼ ਕੀਤਾ ਹੈ? ਇਹ ਸੀ ਕੇਸ਼ਵ ਆਨੰਦ ਭਾਰਤੀ ਕੇਸ, ਜਿਹਦੇ ਵਿੱਚ ਜਿਹੜਾ ਸਟਰਕਚਰ ਆਫ ਕਨਸਟੀਟਿਊਸ਼ਨ, ਠੀਕ ਹੈ ਜੀ, ਇਹ ਕਿਹਾ ਗਿਆ ਸੀ ਕੈਨ ਨਾਟ ਬੀ ਅਮੈਂਡਡ ਐਟ ਐਨੀ ਵੇ। ਜਿਹੜਾ ਸੰਵਿਧਾਨ ਦਾ ਮੂਲ ਢਾਂਚਾ ਉਸ ਦੇ ਵਿੱਚ ਬਿਲਕੁਲ ਵੀ ਉਹਨੂੰ ਸੋਧਿਆ ਨਹੀਂ ਜਾ ਸਕਦਾ, ਇਹ ਕਿਹਾ ਗਿਆ ਸੀ ਕੇਸ਼ਵ ਆਨੰਦ ਭਾਰਤੀ ਕੇਸ ਵਿੱਚ। ਸੁਪਰੀਮ ਕੋਰਟ ਦੇ ਜੱਜਾਂ ਦੀ ਘੱਟੋ ਘੱਟ ਸੰਖਿਆ ਜੋ ਸੰਵਿਧਾਨ ਦੀ ਵਿਆਖਿਆ ਦੇ ਤੌਰ ਤੇ ਕਾਨੂੰਨ ਤੇ ਮਹੱਤਵਪੂਰਨ ਸਵਾਲਾਂ ਵਾਲੇ ਕੇਸ ਦੀ ਸੁਣਵਾਈ ਕਰ ਸਕਦੀ ਹੈ। ਠੀਕ ਹੈ ਜੀ, ਸੰਵਿਧਾਨ ਦੀ ਵਿਆਖਿਆ ਕਰਨ ਲਈ ਜਦੋਂ 5 ਜੱਜਾਂ ਦਾ ਬੈਂਚ ਹੋਏਗਾ ਜਿਹੜਾ ਸੰਵਿਧਾਨ ਦੀ ਵਿਆਖਿਆ ਕਰੇਗਾ ਜੀ। ਘੱਟੋ ਘੱਟ ਪੁੱਛਿਆ ਸੀ 5, ਵੱਧ ਤੋਂ ਵੱਧ ਜਿੰਨੇ ਮਰਜ਼ੀ ਹੋ ਸਕਦੇ ਜੀ। ਜਨਹਿਤ ਪਟੀਸ਼ਨ ਦਾਖਲ ਕੀਤੀ ਜਾ ਸਕਦੀ ਹੈ, ਇਹ ਹਾਈ ਕੋਰਟ ਸੁਪਰੀਮ ਕੋਰਟ ਦੋਹਾਂ 'ਚ ਦਾਖਲ ਕੀਤੀ ਜਾ ਸਕਦੀ ਹੈ ਜੀ। ਠੀਕ ਹੈ ਜੀ, ਜਿਹਨੂੰ ਆਪਾਂ ਪਬਲਿਕ ਇੰਟਰਸਟ ਲਿਟੀਗੇਸ਼ਨ ਕਹਿੰਦੇ ਆ ਤੇ PN ਭਗਵਤੀ ਹੈ ਜਿਹੜਾ, ਠੀਕ ਹੈ, ਉਹ ਇਹਦਾ ਜਨਮਦਾਤਾ ਮੰਨਿਆ ਜਾਂਦਾ ਹੈ। ਹੇਠਾਂ ਲਿਖਿਆਂ ਵਿੱਚੋਂ ਕਿਹੜਾ ਮਾਮਲਾ ਹਾਈ ਕੋਰਟ ਤੇ ਸੁਪਰੀਮ ਕੋਰਟ ਦੋਹਾਂ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ? ਠੀਕ ਹੈ ਜੀ, ਇਹ ਦੱਸਣਾ ਆਪਾਂ। ਉਹ ਹੈ ਮੌਲਿਕ ਅਧਿਕਾਰਾਂ ਦੀ ਸੁਰੱਖਿਆ। ਮੌਲਿਕ ਅਧਿਕਾਰਾਂ ਦੀ ਸੁਰੱਖਿਆ ਜਿਹੜੀ ਉਹ ਆਪਾਂ ਸਿੱਧਾ ਸੁਪਰੀਮ ਕੋਰਟ ਵੀ ਜਾ ਸਕਦੇ ਹਾਂ, ਹਾਈ ਕੋਰਟ ਵੀ ਜਾ ਸਕਦੇ ਹਾਂ, ਪਰ ਜਿਹੜਾ ਕੇਂਦਰ ਦੇ ਰਾਜਾਂ ਵਿੱਚ ਕਾਰ ਹੈ ਇਕੱਲਾ ਸੁਪਰੀਮ ਕੋਰਟ ਦੀ ਪਾਵਰ ਹੈ। ਠੀਕ ਹੈ, ਧਿਆਨ ਰੱਖ ਲੈਣਾ। ਤੇ ਰਾਜ ਵਿਚਕਾਰ ਵਿਵਾਦ ਸੰਵਿਧਾਨ ਦੀ ਉਲੰਘਣਾ ਤੋਂ ਸੁਰੱਖਿਆ ਇਹ ਵੀ ਇਕੱਲਾ ਸੁਪਰੀਮ ਕੋਰਟ ਕੋਲ ਹੈ ਜੀ। ਲਾਭ ਦਾ ਦਫ਼ਤਰ ਪਰਿਭਾਸ਼ਿਤ ਕੀਤਾ ਗਿਆ ਹੈ। ਠੀਕ ਹੈ ਜੀ, ਇਹ ਸੁਪਰੀਮ ਕੋਰਟ ਨੇ ਪਰਿਭਾਸ਼ਿਤ ਕੀਤਾ ਹੈ ਵੀ ਕਿਹੜੇ ਕਿਹੜੇ ਅਹੁਦੇ ਆ ਉਹ ਲਾਭ ਦੇ ਅਹੁਦੇ ਹੋਣਗੇ। ਠੀਕ ਹੈ ਜੀ, ਰਾਸ਼ਟਰਪਤੀ ਦਾ ਅਹੁਦਾ, ਉਪ ਰਾਸ਼ਟਰਪਤੀ ਦਾ, ਰਾਜਪਾਲ ਦਾ ਇਹਨੂੰ ਲਾਭ ਦੇ ਅਹੁਦੇ ਨਹੀਂ ਮੰਨਿਆ ਗਿਆ, ਇਹ ਧਿਆਨ 'ਚ ਰੱਖ ਲੈਣਾ ਜੀ। ਹੇਠਾਂ ਲਿਖਿਆਂ ਕੇਸਾਂ ਵਿੱਚੋਂ ਭਾਰਤ ਦੀ ਕਿਹੜੀ ਸੁਪਰੀਮ ਕੋਰਟ ਨੇ ਸਭ ਤੋਂ ਪਹਿਲਾਂ ਸੰਵਿਧਾਨ ਦੇ ਬੁਨਿਆਦੀ ਗੁਣਾਂ ਦਾ ਸਿਧਾਂਤ ਪੇਸ਼ ਕੀਤਾ? ਹਾਂਜੀ, ਇਹ ਸੀਗਾ ਕੇਸ਼ਵ ਆਨੰਦ ਭਾਰਤੀ ਕੇਸ ਵਰਸਸ
ਕੇਰਲਾ, ਠੀਕ ਹੈ। ਇਹਦੇ ਵਿੱਚ ਉਹਨੇ ਦੱਸਿਆ ਸੀਗਾ ਸੰਵਿਧਾਨ ਦੇ ਬੁਨਿਆਦੀ ਗੁਣ, ਠੀਕ ਹੈ, ਫੰਡਾਮੈਂਟਲ ਸਟਰਕਚਰ ਦੀ ਗੱਲ ਹੋਈ ਸੀਗੀ ਇਹਦੇ ਵਿੱਚ। ਜਦੋਂ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਦਾ ਅਹੁਦਾ ਖਾਲੀ ਹੁੰਦਾ ਹੈ ਤਾਂ ਭਾਰਤ ਦੇ ਰਾਸ਼ਟਰਪਤੀ ਦਾ ਅਹੁਦਾ ਕਿਸ ਕੋਲ ਹੁੰਦਾ ਹੈ? ਇਹ ਭਾਰਤ ਦੇ ਚੀਫ ਜਸਟਿਸ ਕੋਲ ਹੁੰਦਾ, ਚੀਫ ਜਸਟਿਸ ਆਫ ਸੁਪਰੀਮ ਕੋਰਟ ਕੋਲ ਹੁੰਦਾ ਜੀ, ਠੀਕ ਹੈ, ਧਿਆਨ ਰੱਖ ਲੈਣਾ ਇਹ। ਅੱਗੇ ਰਿਟ ਆ ਗਈ, ਸਭ ਤੋਂ ਪਹਿਲੀ ਰਿਟ ਹੈ ਹੇਬੀਅਸ ਕਾਰਪਸ ਰਿਟ। ਹਾਂਜੀ, ਇਹ ਲੈਟਿਨ ਭਾਸ਼ਾ ਦੇ ਸ਼ਬਦ ਤੋਂ ਲਿੱਤਾ ਗਿਆ ਜਿਸ ਦਾ ਅਰਥ ਹੈ ਸਰੀਰ ਹੋਣਾ, ਠੀਕ ਹੈ। ਇਹ ਜਿਹੜੀ ਰਿਟ ਹੈ ਗੈਰ ਕਾਨੂੰਨੀ ਗ੍ਰਿਫਤਾਰੀ ਤੇ ਗੈਰ ਕਾਨੂੰਨੀ ਨਜ਼ਰਬੰਦ ਵਿਰੁੱਧ ਜਾਰੀ ਕੀਤੀ ਜਾਂਦੀ ਹੈ। ਜਦੋਂ ਕੋਈ ਪੁਲਿਸ ਕਿਸੇ ਨੂੰ ਐਵੇਂ ਚੱਕ ਲੈਂਦੀ ਹੈ ਗੈਰ ਕਾਨੂੰਨੀ ਤਰੀਕੇ ਦੇ ਨਾਲ, ਜਾਂ ਕੋਈ ਇੱਕ ਬੰਦਾ ਕਿਸੇ ਥਰਡ ਬੰਦੇ ਨੂੰ ਨਜ਼ਰਬੰਦ ਕਰ ਲੈਂਦਾ ਕਮਰੇ ਦੇ ਵਿੱਚ, ਕੋਠੀ ਦੇ ਵਿੱਚ, ਠੀਕ ਹੈ। ਤੇ ਜੇਕਰ ਕਿਸੇ ਵਿਅਕਤੀ ਨੂੰ ਗੈਰ ਕਾਨੂੰਨੀ ਤੌਰ ਤੇ ਨਜ਼ਰਬੰਦ ਕੀਤਾ ਜਾਂਦਾ ਹੈ ਤਾਂ ਉਸ ਬੰਦੇ ਦੇ ਰਿਸ਼ਤੇਦਾਰ ਜਾਂ ਦੋਸਤ ਜਾਂ ਕੋਈ ਵੀ ਵਿਅਕਤੀ ਆਰਟੀਕਲ 226 ਦੇ ਤਹਿਤ ਹਾਈ ਕੋਰਟ, ਆਰਟੀਕਲ 32 ਦੇ ਤਹਿਤ ਸੁਪਰੀਮ ਕੋਰਟ ਜਾ ਕੇ ਹੇਬੀਅਸ ਕਾਰਪਸ ਦੀ ਰਿਟ ਦਾਇਰ ਕਰ ਸਕਦਾ ਹੈ, ਐਪਲੀਕੇਸ਼ਨ ਦਾਇਰ ਕਰ ਸਕਦਾ ਹੈ। ਜੇ ਅਦਾਲਤ ਉਸ ਐਪਲੀਕੇਸ਼ਨ ਵਿੱਚ ਜਿਹੜਾ ਕੰਟੈਂਟ ਦਿੱਤਾ ਗਿਆ ਉਹ ਤੋਂ ਸੰਤੁਸ਼ਟ ਹੋ ਜੇ, ਵਿਸ਼ੇ ਤੋਂ ਸੰਤੁਸ਼ਟ ਹੋ ਜੇ, ਤਾਂ ਹੇਬੀਅਸ ਕਾਰਪਸ ਦੀ ਰਿਟ ਜਾਰੀ ਕਰੇਗੀ, ਠੀਕ ਹੈ। ਇਹ ਰਿਟ ਕਿਸੇ ਵੀ ਨਿੱਜੀ ਵਿਅਕਤੀ ਨੂੰ ਜਾਂ ਜਨਤਕ ਅਥਾਰਟੀ ਨੂੰ ਜਾਰੀ ਕੀਤੀ ਜਾ ਸਕਦੀ ਹੈ। ਕਹਿਣ ਦਾ ਮਤਲਬ ਹੈ ਵੀ ਪ੍ਰਾਈਵੇਟ ਵਿਅਕਤੀ ਨੂੰ ਵੀ ਜਾਰੀ ਕੀਤੀ ਜਾ ਸਕਦੀ ਹੈ ਤੇ ਸਰਕਾਰੀ ਅਫਸਰ ਨੂੰ ਵੀ ਜਾਰੀ ਕੀਤੀ ਜਾ ਸਕਦੀ ਹੈ। ਇਹ ਰਿਟ ਦੀ ਜਿਹੜੀ ਪ੍ਰਕਿਰਤੀ ਹੈ ਇੱਕ ਹੁਕਮ ਦੇ ਰੂਪ ਵਿੱਚ ਹੁੰਦੀ ਹੈ, ਠੀਕ ਹੈ। ਇਹਦੇ ਵਿੱਚ ਹਾਈ ਕੋਰਟ ਹੁਕਮ ਦਿੰਦੀ ਹੈ ਕਿ ਜਿਸ ਵਿਅਕਤੀ ਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਹਿਰਾਸਤ ਵਿੱਚ ਰੱਖਿਆ, ਠੀਕ ਹੈ, ਥਰਡ ਪਰਸਨ ਨੂੰ ਕਿਸੇ ਵਿਅਕਤੀ ਨੇ ਅਰੈਸਟ ਕਰ ਲਿਆ, ਆਪਦੇ ਕਮਰੇ ਘਰ ਦੇ ਵਿੱਚ ਕਰ ਲਿਆ, ਤਾਂ ਉਸ ਪ੍ਰਾਈਵੇਟ ਵਿਅਕਤੀ ਨੂੰ ਹੁਕਮ ਜਾਰੀ ਕਰੇਗੀ ਤੂੰ ਕੋਰਟ 'ਚ ਪੇਸ਼ ਹੋ, ਨਾਲ ਉਸ ਬੰਦੇ ਨੂੰ ਵੀ ਲੈ ਕੇ ਆ ਜਿਹਨੂੰ ਤੂੰ ਨਜਾਇਜ਼ ਤੌਰ ਤੇ ਘਰ ਵਿੱਚ ਰੱਖਿਆ ਹੋਇਆ, ਠੀਕ ਹੈ। ਇਹ ਪੇਸ਼ ਕਰਨ ਦਾ ਹੁਕਮ ਦਿੱਤਾ ਜਾਂਦਾ ਹੈ ਇਹਦੇ ਵਿੱਚ, ਠੀਕ ਹੈ। ਵੈਰੀ ਵੈਰੀ ਇੰਪੋਰਟੈਂਟ ਹੈ, ਇਹ ਨਿੱਜੀ ਸੁਤੰਤਰਤਾ ਦੀ ਰੱਖਿਆ ਕਰਦੀ ਹੈ ਰਿਟ, ਧਿਆਨ ਰੱਖ ਲਿਓ ਜੀ। ਇਹ ਲਿਖਾਂ ਵਿੱਚੋਂ ਕਿਹੜੀ ਰਿਟ ਹੈ ਨਿੱਜੀ ਸੁਤੰਤਰਤਾ ਦੀ ਰੱਖਿਆ ਕਰਦੀ ਹੈ? ਉਹ ਹੇਬੀਅਸ ਕਾਰਪਸ ਹੈ ਜੀ। ਹਾਂਜੀ, ਅਗਲੀ ਰਿਟ ਹੈਗੀ ਜੀ ਆਪਣੇ ਕੋਲ ਮੈਂਡੇਮੈਂਸ, ਹੁਕਮ, ਜਿਹਦਾ ਮਤਲਬ ਹੁੰਦਾ ਹੁਕਮ ਜਾਰੀ ਕਰਨਾ। ਇਸ ਰਿਟ ਦੇ ਵਿੱਚ ਇੱਕ ਜਨਤਕ ਅਧਿਕਾਰੀ ਯਾਨੀ ਕਿ ਇਕੱਲੇ ਸਰਕਾਰੀ ਅਫਸਰ ਨੂੰ ਇਹ ਰਿਟ ਜਾਰੀ ਕੀਤੀ ਜਾ ਸਕਦੀ ਹੈ, ਜਿਹਦੇ ਵਿੱਚ ਉਹ ਸਰਕਾਰੀ ਅਫਸਰ ਨੂੰ ਆਪਦੀ ਡਿਊਟੀ ਨਿਭਾਉਣ ਦੇ ਲਈ ਕਿਹਾ ਜਾਂਦਾ ਹੈ, ਜਿਸ ਡਿਊਟੀ ਨੂੰ ਉਸਨੇ ਨਿਭਾਉਣ ਤੋਂ ਇਨਕਾਰ ਕਰ ਦਿੱਤਾ ਜਾਂ ਉਹ ਸਹੀ ਤਰੀਕੇ ਨਾਲ ਨਿਭਾ ਨਹੀਂ ਸਕਿਆ, ਠੀਕ ਹੈ। ਇਹ ਰਿਟ ਰਾਸ਼ਟਰਪਤੀ, ਰਾਜਪਾਲ, ਹਾਈ ਕੋਰਟ ਦੇ ਮੁੱਖ ਜੱਜਾਂ ਜਾਂ ਕਿਸੇ ਨਿੱਜੀ ਵਿਅਕਤੀ ਦੇ ਵਿਰੁੱਧ ਜਾਰੀ ਨਹੀਂ ਕੀਤੀ ਜਾ ਸਕਦੀ। ਸਰਕਾਰੀ ਅਫਸਰ ਨੂੰ ਜਾਰੀ ਹੋਏਗੀ, ਪ੍ਰਾਈਵੇਟ ਵਿਅਕਤੀ ਨੂੰ ਇਹ ਰਿਟ ਨਹੀਂ ਜਾਰੀ ਕੀਤੀ ਜਾ ਸਕਦੀ। ਉਸ ਤੋਂ ਬਾਅਦ ਸਰਕਾਰੀ ਦੇ ਵਿੱਚ ਜਿਹੜਾ ਰਾਸ਼ਟਰਪਤੀ, ਰਾਜਪਾਲ ਤੇ ਹਾਈ ਕੋਰਟ ਦੇ ਮੁੱਖ ਜੱਜਾਂ ਨੂੰ ਇਹਦੇ ਵਿੱਚੋਂ ਬਾਹਰ ਕੱਢਿਆ ਗਿਆ ਜੀ। ਉਹਨਾਂ ਨੂੰ ਆਪਾਂ ਇਹ ਨਹੀਂ ਕਰ ਸਕਦੇ ਵੀ ਤੂੰ ਆਪਣੀ ਡਿਊਟੀ ਸਹੀ ਤਰੀਕੇ ਨਾਲ ਨਿਭਾ। ਮੈਂਡੇਮੈਂਸ ਦੀ ਰਿਟ ਦੇ ਤਹਿਤ ਅਦਾਲਤ ਕੀ ਕਰਦੀ ਹੈ? ਅਦਾਲਤ ਹੈ ਉਹ ਸਰਕਾਰ ਜਾਂ ਸਰਕਾਰੀ ਅਫਸਰ ਨੂੰ ਕੰਮ ਕਰਨ ਜਾਂ ਨਾ ਕਰਨ ਦਾ ਆਦੇਸ਼ ਦਿੰਦੀ ਹੈ ਇਹਦੇ ਵਿੱਚ, ਠੀਕ ਹੈ ਜੀ। ਇਹ ਧਿਆਨ ਰੱਖ ਲੈਣਾ, ਇੰਪੋਰਟੈਂਟ ਹੈ। ਅੱਗੇ ਹੈ ਪ੍ਰੋਹਿਬਿਸ਼ਨ, ਮਨਾਹੀ। ਮਨਾਹੀ ਰਿਟ ਦਾ ਅਰਥ ਹੈ ਮਨਾ ਕਰਨਾ, ਰੋਕਣਾ ਜਾਂ ਸਟੇ ਆਰਡਰ। ਇਹਨੂੰ ਸਟੇ ਆਰਡਰ ਵੀ ਕਿਹਾ ਜਾਂਦਾ ਮਨਾਹੀ ਦੀ ਰਿਟ ਨੂੰ, ਠੀਕ ਹੈ। ਇਸ ਰਿਟ ਉੱਪਰ ਜਿਹੜੀ ਉੱਪਰਲੀ ਅਦਾਲਤ ਹੈ, ਭਾਵ ਸੁਪਰੀਮ ਕੋਰਟ ਜਾਂ ਹਾਈ ਕੋਰਟ, ਹੇਠਲੀਆਂ ਅਦਾਲਤਾਂ ਨੂੰ ਇਹ ਰਿਟ ਜਾਰੀ ਕਰਦੀ ਹੈ। ਮਨਾਹੀ ਦੀ ਰਿਟ ਜਿਹੜੀ ਅਪਰ ਕੋਰਟ ਵੱਲੋਂ ਲੋਅਰ ਕੋਰਟ ਨੂੰ ਜਾਰੀ ਕੀਤੀ ਜਾਂਦੀ ਹੈ। ਜਦੋਂ ਹੇਠਲੀ ਕੋਰਟ ਆਪਣੀ ਜਿਹੜੀ ਸ਼ਕਤੀਆਂ ਦੀਆਂ ਸੀਮਾਵਾਂ ਦੀ ਉਲੰਘਣਾ ਕਰਦੀ ਹੈ, ਜੋ ਸ਼ਕਤੀਆਂ ਨੂੰ ਪਾਵਰ ਮਿਲੀਆਂ ਹੋਈਆਂ ਉਹਦੀਆਂ ਲਿਮਿਟੇਸ਼ਨ ਨੂੰ ਪਾਰ ਕਰਦੀ ਹੈ, ਤਾਂ ਉਸ ਸਮੇਂ ਮਨਾਹੀ ਦੀ ਰਿਟ ਜਾਰੀ ਕੀਤੀ ਜਾਂਦੀ ਹੈ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੁਆਰਾ ਹੇਠਲੀਆਂ ਅਦਾਲਤਾਂ ਨੂੰ, ਠੀਕ ਹੈ ਜੀ। ਇਹ ਜਿਹੜੀ ਹੈਗੀ ਅਰਧ ਨਿਆਇਕ ਸੰਸਥਾ ਨੂੰ ਵੀ ਇਹ ਜਿਹੜੀ ਹੈਗੀ ਹੈ ਰਿਟ ਜਾਰੀ ਕੀਤੀ ਜਾ ਸਕਦੀ ਹੈ ਤੇ ਉਸ ਕੇਸ ਤੇ ਪੈਰਵਾਈ ਕਰਨ ਤੋਂ ਉਹਨੂੰ ਮਨਾ ਕੀਤਾ ਜਾਂਦਾ ਹੈ ਵੀ ਇਸ ਤੇ ਤੂੰ ਹੁਣ ਪੈਰਵਾਈ ਕਰਨੀ ਬੰਦ ਕਰ ਦੇ, ਕਿਉਂਕਿ ਜਿਹੜੀ ਤੂੰ ਸ਼ਕਤੀਆਂ ਉਹਦੀ ਦੁਰਵਰਤੋਂ ਕਰ ਰਿਹਾ ਹੈ। ਉਹ ਕੋਰਟ ਨੂੰ ਇਹ ਹੁਕਮ ਦਿੱਤਾ ਜਾਂਦਾ ਹੈ ਤੇ ਇਹ ਰਿਟ ਜਾਰੀ ਹੋਣ ਤੋਂ ਬਾਅਦ ਹੇਠਲੀ ਅਦਾਲਤ ਦੇ ਵਿੱਚ ਕਾਰਵਾਈ ਪੂਰੀ ਤਰ੍ਹਾਂ ਠੱਪ ਹੋ ਜਾਂਦੀ ਹੈ ਜੀ, ਠੀਕ ਹੈ ਜੀ। ਇਹ ਧਿਆਨ ਰੱਖ ਲੈਣਾ, ਬਹੁਤ ਵੈਰੀ ਇੰਪੋਰਟੈਂਟ ਰਿਟ ਹੈ ਜੀ। ਅੱਗੇ ਹੈ ਜੀ ਸਰਟੀਓਰੀ। ਸਰਟੀਓਰੀ ਵੀ ਜਿਹੜੀ ਹਾਇਰ ਕੋਰਟ, ਲੋਅਰ ਕੋਰਟ ਨੂੰ ਰਿਟ ਜਾਰੀ ਕਰਦੀ ਹੈ। ਇਹਦੇ ਵਿੱਚ ਕੀ ਕਰਦੀ ਹੈ ਵੀ ਹੇਠਲੀ ਅਦਾਲਤ ਨੂੰ ਹੁਕਮ ਦਿੱਤਾ ਜਾਂਦਾ ਹੈ ਕਿ ਜਿਹੜਾ ਤੇਰੇ ਕੋਲ ਕੇਸ ਪਿਆ ਉਹਨੂੰ ਉੱਪਰਲੀ ਅਦਾਲਤ ਦੇ ਵਿੱਚ ਸ਼ਿਫਟ ਕਰ ਦੇ, ਠੀਕ ਹੈ, ਜਾਂ ਤੂੰ ਜਿਹੜੇ ਵੀ ਇਸ ਕੇਸ ਨਾਲ ਸੰਬੰਧਿਤ ਜਿਹੜੇ ਆਰਡਰ ਦਿੱਤੇ ਉਹਨੂੰ ਰੱਦ ਕਰ ਦੇ, ਠੀਕ ਹੈ। ਇਹ ਰਿਟ ਉੱਚ ਅਦਾਲਤ ਵੱਲੋਂ ਹੇਠਲੀ ਅਦਾਲਤ ਨੂੰ ਦਿੱਤੀ ਜਾਂਦੀ ਹੈ। ਹਾਂਜੀ, ਕਿਊ ਵਰੰਟੋ ਵੈਰੀ ਇੰਪੋਰਟੈਂਟ ਹੈ ਜੀ ਵੀ। ਇਹਦਾ ਮਤਲਬ ਹੈ ਵਾਟ ਇਜ਼ ਯੂਰ ਅਥਾਰਟੀ, ਤੇਰਾ ਕੀ ਅਧਿਕਾਰ ਹੈ। ਇਹ ਕਿਸੇ ਵਿਅਕਤੀ ਨੂੰ ਜਨਤਕ ਅਹੁਦਾ ਰੱਖਣ ਤੋਂ ਰੋਕਣ ਲਈ ਜਾਰੀ ਕੀਤੀ ਜਾਂਦੀ ਰਿਟ ਹੈ ਜਿਹਦਾ ਉਹ ਹੱਕਦਾਰ ਨਹੀਂ। ਜਿਵੇਂ ਕਿ ਕੋਈ ਵਿਅਕਤੀ ਰਿਟਾਇਰਡ ਹੋ ਜਾਂਦਾ ਹੈ, ਉਸ ਤੋਂ ਬਾਅਦ ਵੀ ਉਹ ਆਪਣੇ ਉਸੇ ਆਫਿਸ ਵਿੱਚ ਆ ਕੇ ਆਰਡਰ ਕੱਢਦਾ, ਹੁਕਮ ਝਾੜਦਾ ਹੈ, ਤਾਂ ਉਦੋਂ ਇਹ ਰਿਟ ਜਾਰੀ ਕੀਤੀ ਜਾ ਸਕਦੀ ਹੈ। ਜਾਂ ਕਿ ਮੈਂ ਪਹਿਲਾਂ ਵੀ ਤੁਹਾਨੂੰ ਐਗਜ਼ਾਮਪਲ ਦਿੱਤੀ ਵੀ ਸਕੂਲ ਦਾ ਪ੍ਰਿੰਸੀਪਲ ਹੈ, ਉਹ ਜਾਂਦਾ ਹੈ ਬਾਜ਼ਾਰ ਜਾ ਕੇ ਦੁਕਾਨਾਂ ਨੂੰ ਚੈੱਕ ਕਰ ਰਿਹਾ, ਜਦਕਿ ਸਕੂਲ ਦੇ ਪ੍ਰਿੰਸੀਪਲ ਦੀ ਅਥਾਰਟੀ ਹੈ ਜਿਹੜੀ ਉਹਦਾ ਅਧਿਕਾਰ ਹੈ ਉਹ ਸਕੂਲ ਨੂੰ ਸਹੀ ਤਰੀਕੇ ਨਾਲ ਚਲਾਉਣਾ ਹੈ, ਪਰ ਬਾਹਰ ਜਾ ਕੇ ਉਹ ਦੁਕਾਨਦਾਰਾਂ ਨੂੰ ਤੰਗ ਕਰਦਾ ਹੈ ਤੇ ਦੁਕਾਨਦਾਰ ਔਖੇ ਹੋ ਕੇ ਫਿਰ ਉਹ ਸੁਪਰੀਮ ਕੋਰਟ ਜਾਂ ਹਾਈ ਕੋਰਟ ਚਲੇ ਜਾਂਦੇ ਆ ਤੇ ਕਿਊ ਵਰੰਟੋ ਦੀ ਰਿਟ ਜਾਰੀ ਕਰਾਉਂਦੇ ਆ ਅਗੇਨਸਟ ਪ੍ਰਿੰਸੀਪਲ। ਤਾਂ ਪ੍ਰਿੰਸੀਪਲ ਫਿਰ ਜਵਾਬ ਸਬਮਿਟ ਕਰੂਗਾ ਵੀ ਕਿਸ ਅਥਾਰਟੀ ਦੇ ਨਾਲ ਦੁਕਾਨਾਂ ਚੈੱਕ ਕਰ ਰਿਹਾ। ਉਹ ਜਵਾਬ 'ਚ ਲਿਖ ਕੇ ਦੇ ਸਕਦਾ ਵੀ ਮੇਰੀ ਡਿਊਟੀ ਲਗਾਈ ਗਈ ਹੈ ਇਹਨਾਂ ਆਰਡਰਾਂ ਤਹਿਤ ਡੀਸੀ ਸਾਹਿਬ ਵੱਲੋਂ ਜ਼ਿਲ੍ਹੇ ਦੇ, ਠੀਕ ਹੈ ਜੀ। ਇਸ ਤਰ੍ਹਾਂ ਦੀ ਰਿਟ ਹੈ, ਵੈਰੀ ਇੰਪੋਰਟੈਂਟ ਹੈ, ਧਿਆਨ ਰੱਖਣਾ ਹੈ ਵੀ ਜਾਂ ਰਿਟ ਨਾਲ ਸੰਬੰਧਿਤ ਵਿਅਕਤੀ ਨੂੰ ਅਦਾਲਤ ਵਿੱਚ ਇਹ ਦੱਸਣ ਦੀ ਲੋੜ ਹੁੰਦੀ ਹੈ ਕਿ ਉਹ ਕਿਸ ਅਧਿਕਾਰ ਦੇ ਨਾਲ ਉਹਨੇ ਉਹਦਾ ਸੰਭਾਲਿਆ, ਵੀ ਡੀਸੀ ਦੇ ਹੁਕਮ ਹੋਇਆ ਤਾਂ ਸੰਭਾਲਿਆ ਜਾਂ ਵੈਸੇ ਹੀ ਉਹ ਉਹਦਾ ਸੰਭਾਲ ਰਿਹਾ। ਕੋਈ ਵਿਅਕਤੀ ਆਪਣੀ ਸੇਵਾ ਮੁਕਤੀ ਤੋਂ ਬਾਅਦ ਵੀ ਜਦ ਇਹ ਉਹਦਾ ਤੇਜ ਆਪਣਾ ਰੱਖਦਾ ਹੈ ਤਾਂ ਹਾਈ ਕੋਰਟ ਵੱਲੋਂ ਵੀ ਇਹ ਕਿਊ ਵਰੰਟੋ ਦੀ ਰਿਟ ਜਾਰੀ ਕੀਤੀ ਜਾ ਸਕਦੀ ਹੈ। ਹਾਂਜੀ, ਕਿਸੇ ਜਨਤਕ ਅਹੁਦੇ ਤੇ ਕਿਸੇ ਵਿਅਕਤੀ ਦੀ ਨਿਯੁਕਤੀ ਨੂੰ ਰੱਦ ਕਰਨ ਦੇ ਲਈ ਕਿਹੜੀ ਰਿਟ ਢੁਕਵੀਂ ਹੈ? ਉਹ ਹੈ ਕਿਊ ਵਰੰਟੋ, ਠੀਕ ਹੈ ਜੀ। ਵੈਰੀ ਇੰਪੋਰਟੈਂਟ ਹੈ, ਧਿਆਨ ਰੱਖ ਲੈਣਾ। ਦੂਸਰਾ ਟੌਪਿਕ ਆਪਣਾ ਅੱਜ ਦਾ ਹੈ ਜੀ ਹਾਈ ਕੋਰਟ।
ਹਾਂਜੀ, ਭਾਰਤ ਵਿੱਚ ਹਾਈ ਕੋਰਟ ਦੇ ਚੀਫ ਜਸਟਿਸ ਦਾ ਅਹੁਦਾ ਸੰਭਾਲਣ ਵਾਲੀ ਪਹਿਲੀ ਮਹਿਲਾ ਜੱਜ ਕੌਣ ਸੀ? ਉਹਨਾਂ ਨੇ ਚੀਫ ਜਸਟਿਸ ਦਾ ਅਹੁਦਾ ਕਿਹਾ ਜੀ। ਠੀਕ ਹੈ ਜੀ, ਇਹਦਾ ਆਨਸਰ ਆਏਗਾ ਲੀਲਾ ਸੇਠ। ਠੀਕ ਹੈ ਜੀ, ਫਾਤਿਮਾ ਬੀਬੀ ਸੁਪਰੀਮ ਕੋਰਟ ਦੀ ਸੀਗੀ। ਠੀਕ ਹੈ, ਇਹ ਧਿਆਨ ਰੱਖ ਲੈਣਾ। ਹਾਂਜੀ, ਹਾਈ ਕੋਰਟ ਸੁਪਰੀਮ ਕੋਰਟ ਦੇ ਹੇਠਾਂ ਦੀ ਅਦਾਲਤ ਹੈ ਤੇ ਅਧੀਨ ਅਦਾਲਤਾਂ ਤੋਂ ਉੱਪਰ ਦੀ ਹੈ। ਠੀਕ ਹੈ, ਵਿਚਕਾਰਲੀ ਅਦਾਲਤ ਇੱਕ ਤਰ੍ਹਾਂ ਦੀ। ਰਾਜ ਦੀ ਨਿਆਇਕ ਪ੍ਰਸ਼ਾਸਨ ਦੀ ਸਭ ਤੋਂ ਸਿਖਰ ਦੀ ਅਦਾਲਤ ਹੈ। ਜਿਵੇਂ ਪੰਜਾਬ ਦੀ ਸਭ ਤੋਂ ਸਿਖਰ ਦੀ ਅਦਾਲਤ ਹੈ ਜਿਹੜੀ, ਉਹ ਹੈ ਪੰਜਾਬ ਐਂਡ ਹਰਿਆਣਾ ਕੋਰਟ ਚੰਡੀਗੜ੍ਹ। ਭਾਰਤ ਦੇ ਵਿੱਚ 1862 ਦੇ ਵਿੱਚ ਹਾਈ ਕੋਰਟ ਸ਼ੁਰੂ ਹੋਈਆਂ। ਸਭ ਤੋਂ ਪਹਿਲਾਂ ਕਲਕੱਤਾ ਦੀ ਬਣੀ, ਫਿਰ ਬੰਬੇ ਤੇ ਮਦਰਾਸ ਦੀ ਬਣੀ। ਠੀਕ ਹੈ ਜੀ, 3 ਹਾਈ ਕੋਰਟ ਬਣ ਚੁੱਕੀਆਂ ਤੇ ਚੌਥੀ 1866 ਦੇ ਵਿੱਚ ਇਲਾਹਾਬਾਦ ਦੇ ਵਿੱਚ ਹਾਈ ਕੋਰਟ ਦੀ ਸਥਾਪਨਾ ਕੀਤੀ ਗਈ। ਭਾਰਤੀ ਸੰਵਿਧਾਨ ਦੇ ਆਰਟੀਕਲ 214 ਦੇ ਤਹਿਤ ਹਰੇਕ ਰਾਜ ਦੇ ਲਈ ਹਾਈ ਕੋਰਟ ਦੀ ਵਿਵਸਥਾ ਕੀਤੀ ਗਈ ਹੈ। ਠੀਕ ਹੈ ਜੀ, ਧਿਆਨ ਰੱਖ ਲੈਣਾ ਹੈ 214 ਤੇ 124 ਦੇ ਤਹਿਤ ਸੁਪਰੀਮ ਕੋਰਟ ਦੀ ਵਿਵਸਥਾ ਕੀਤੀ ਗਈ ਹੈ ਤੇ 214 ਦੇ ਤਹਿਤ ਹਾਈ ਕੋਰਟ ਦੀ। ਲਿਸਟ ਸਾਰੇ ਉਹੀ ਹੈ ਪਰ ਉਲਟ ਪੁਲਟ, ਧਿਆਨ ਲਿਖੋ। 1956 ਦੇ ਵਿੱਚ 7ਵੀਂ ਸੋਧ ਐਕਟ ਦੇ ਵਿੱਚ 2 ਜਾਂ 2 ਤੋਂ ਵੱਧ ਰਾਜਾਂ ਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲਈ ਇੱਕ ਸਾਂਝੀ ਹਾਈ ਕੋਰਟ ਸਥਾਪਿਤ ਕਰਨ ਦਾ ਅਧਿਕਾਰ ਸੰਸਦ ਨੂੰ ਦਿੱਤਾ ਗਿਆ। ਠੀਕ ਹੈ ਜੀ, ਸੰਸਦ ਕੋਲ ਰਾਈਟ ਹੈ ਵੀ 2-3 ਸਟੇਟਾਂ ਦੀ ਇੱਕ ਹਾਈ ਕੋਰਟ ਉਹ ਬਣਾ ਸਕਦਾ ਹੈ। ਜਿਵੇਂ ਪੰਜਾਬ ਹਰਿਆਣਾ ਚੰਡੀਗੜ੍ਹ ਦੀ ਇੱਕ ਹੀ ਹਾਈ ਕੋਰਟ ਹੈ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੰਡੀਗੜ੍ਹ। ਠੀਕ ਹੈ ਜੀ, ਇਸੇ ਤਰ੍ਹਾਂ ਜੰਮੂ ਕਸ਼ਮੀਰ ਤੇ ਲਦਾਖ ਦੀ ਇੱਕੋ ਹੀ ਹਾਈ ਕੋਰਟ ਹੈ, ਜੰਮੂ ਕਸ਼ਮੀਰ। ਠੀਕ ਹੈ, ਇਸੇ ਤਰ੍ਹਾਂ ਬੰਬਈ ਹਾਈ ਕੋਰਟ ਮਹਾਰਾਸ਼ਟਰ, ਗੋਆ, ਦਾਦਰਾ ਨਗਰ ਹਵੇਲੀ ਦੀ ਇੱਕੋ ਹੀ ਹੈ। ਇਸੇ ਤਰ੍ਹਾਂ ਕੇਰਲਾ ਹਾਈ ਕੋਰਟ ਹੈ ਜਿਹੜਾ, ਠੀਕ ਹੈ ਜੀ, ਉਹ ਲਕਸ਼ਦੀਪ ਦੇ ਨਾਲ ਮਿਲੀ ਹੋਈ ਹੈ। ਅੰਡੇਮਾਨ ਨਿਕੋਬਾਰ ਦੀਪ ਸਮੂਹ ਤੇ ਕਲਕੱਤਾ ਹਾਈ ਕੋਰਟ ਹੈ, ਉਹ ਇੱਕੋ ਹੀ ਹੈ, ਕਲਕੱਤਾ ਦੀ ਹਾਈ ਕੋਰਟ। ਇਸੇ ਤਰ੍ਹਾਂ ਬਹੁਤ ਸਾਰੀਆਂ ਹਾਈ ਕੋਰਟਸ ਹੈ ਜੀ, ਇਹ ਧਿਆਨ 'ਚ ਰੱਖ ਲੈਣਾ। ਠੀਕ ਹੈ ਜੀ, ਆਰਟੀਕਲ 1956 ਦੇ ਵਿੱਚ ਤੇ 7ਵੇਂ ਸੋਧ ਦੇ ਦੁਆਰਾ ਇਹ ਰਾਈਟ ਦਿੱਤਾ ਗਿਆ ਸੰਸਦ ਨੂੰ। ਹਾਂਜੀ, ਕਲਕੱਤਾ, ਮਦਰਾਸ, ਬੰਬੇ ਹਾਈ ਕੋਰਟ ਕਿਸ ਦੇ ਅਧੀਨ ਸਥਾਪਿਤ ਕੀਤੀਆਂ ਗਈਆਂ? ਇਹ ਸੀ ਭਾਰਤੀ ਹਾਈ ਕੋਰਟ ਐਕਟ 1861 ਦਾ ਸੀਗਾ ਜੀ, ਇਹਦੇ ਤਹਿਤ ਸਥਾਪਿਤ ਕੀਤੀਆਂ ਗਈਆਂ ਸੀ। ਇਸ ਸਮੇਂ ਦੇਸ਼ ਦੇ ਵਿੱਚ 25 ਹਾਈ ਕੋਰਟ ਹੈ ਤੇ ਦਿੱਲੀ ਇਕਲੌਤਾ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਜਿੱਥੇ ਹਾਈ ਕੋਰਟ ਹੈ। 1966 ਤੋਂ ਇੱਥੇ ਹਾਈ ਕੋਰਟ ਕੰਮ ਕਰ ਰਹੀ ਹੈ। ਜਿਹੜਾ ਸੰਸਦ ਹੈ ਹਾਈ ਕੋਰਟ ਦੇ ਅਧਿਕਾਰ ਖੇਤਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੱਕ ਵਧਾ ਸਕਦੀ ਹੈ ਜਾਂ ਕਿਸੇ ਵੀ ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ ਉੱਚ ਅਦਾਲਤ ਦੇ ਅਧਿਕਾਰ ਖੇਤਰ ਨੂੰ ਬਾਹਰ ਵੀ ਕਰ ਸਕਦੀ ਹੈ। ਮਤਲਬ ਕਿ ਇਹ ਹਾਈ ਕੋਰਟ ਦੇ ਅਧਿਕਾਰ ਖੇਤਰ ਨੂੰ ਵਧਾਉਣਾ ਜਾਂ ਘਟਾਉਣਾ ਇਹ ਸੰਸਦ ਦੇ ਕੋਲ ਹੈ। ਜਿਵੇਂ ਚੰਡੀਗੜ੍ਹ ਦੀ ਜਿਹੜੀ ਹਾਈ ਕੋਰਟ ਹੈ ਇਹਦੇ ਵਿੱਚ ਹਿਮਾਚਲ ਨੂੰ ਵੀ ਐਡ ਕਰ ਸਕਦੀ ਹੈ ਸੰਸਦ ਚਾਹੇ ਤਾਂ, ਜਾਂ ਹਰਿਆਣੇ ਨੂੰ ਅੱਡ ਵੀ ਕੱਢ ਸਕਦੀ ਹੈ, ਹਰਿਆਣੇ ਦੀ ਅਲੱਗ ਬਣ ਸਕਦੀ ਹੈ, ਪੰਜਾਬ ਦੀ ਅੱਡ ਹੋ ਸਕਦੀ ਹੈ। ਹਾਂਜੀ, ਲੀਲਾ ਸੇਠ 1991 ਦੇ ਵਿੱਚ ਹਿਮਾਚਲ ਪ੍ਰਦੇਸ਼ ਦੀ ਹਾਈ ਕੋਰਟ ਦੀ ਮੁੱਖ ਜੱਜ ਬਣਨ ਵਾਲੀ ਪਹਿਲੀ ਔਰਤ ਸੀ। ਵੈਰੀ ਵੈਰੀ ਇੰਪੋਰਟੈਂਟ ਫੈਕਟ ਹੈ। ਠੀਕ ਹੈ ਜੀ, ਯਾਦ ਰੱਖਣਾ ਹੈ। ਮੁੱਖ ਜੱਜ ਬਣੀ ਸੀ ਇਹ ਕਿਹੜੀ ਕੋਰਟ ਦੀ? ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੀ 1991 ਦੇ ਵਿੱਚ, ਇਹ ਧਿਆਨ ਰੱਖ ਲੈਣਾ। ਜੇ ਆਪਾਂ ਵੈਸੇ ਗੱਲ ਕਰੀਏ ਪਹਿਲੀ ਮਹਿਲਾ ਕੌਣ ਸੀ ਹਾਈ ਕੋਰਟ ਦੀ? ਜਸਟਿਸ, ਨਾਟ ਚੀਫ ਜਸਟਿਸ, ਓਨਲੀ ਜਸਟਿਸ। ਉਹ ਕੇਰਲਾ ਹਾਈ ਕੋਰਟ ਦੀ ਸੀ, ਅੰਨਾ ਚੰਡੀ 1959 ਦੇ ਵਿੱਚ ਬਣੀ ਸੀਗੀ। ਠੀਕ ਹੈ ਜੀ, ਇਹ ਐਜ਼ ਅ ਜੱਜ ਬਣੀ ਸੀ, ਮੁੱਖ ਜੱਜ ਨਹੀਂ ਬਣੀ ਸੀ, ਇਹ ਧਿਆਨ 'ਚ ਰੱਖ ਲੈਣਾ। ਮੁੱਖ ਜੱਜ ਕੌਣ ਸੀ ਪਹਿਲੀ ਮਹਿਲਾ? ਲੀਲਾ ਸੇਠ। ਜੇ ਐਜ਼ ਅ ਇਕੱਲਾ ਜੱਜ ਪੁੱਛ ਲੈਣ ਫਿਰ ਆਪਾਂ ਲਾ ਕੇ ਆਉਣਾ ਅੰਨਾ ਚੰਡੀ ਤੇ 1959 ਕੇਰਲਾ ਹਾਈ ਕੋਰਟ ਦੀ। ਠੀਕ ਹੈ, ਸਾਰੇ ਫੈਕਟ ਇੰਪੋਰਟੈਂਟ ਹੈ, ਧਿਆਨ 'ਚ ਰੱਖ ਲੈਣੇ ਜੀ। ਹਾਂਜੀ, ਕੁੱਲ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ ਸਿਰਫ ਇੱਕ ਵਿੱਚ ਹੀ ਆਪਣੀ ਅਦਾਲਤ ਹੈ। ਇਹ ਆਪਾਂ ਪੜ੍ਹ ਕੇ ਗਏ ਹਾਂ, ਇਕੱਲੀ ਦਿੱਲੀ ਵਿੱਚ ਹੀ ਆਪਣੀ ਅਦਾਲਤ ਹੈ। 1966 ਤੋਂ ਇਹ ਵਰਕ ਕਰ ਰਹੀ ਹੈ ਜੀ। ਹਾਂਜੀ, ਹਾਈ ਕੋਰਟ ਦੀ ਚੀਫ ਜਸਟਿਸ ਵਜੋਂ, ਠੀਕ ਹੈ ਜੀ, ਚੀਫ ਜਸਟਿਸ ਦੀ ਗੱਲ ਕਰ ਰਹੇ ਆ, ਪਹਿਲੀ ਮਹਿਲਾ, ਪਹਿਲੀ ਔਰਤ ਕੌਣ ਹੈ? ਠੀਕ ਹੈ, ਲੀਲਾ ਸੇਠ ਹੈ ਜੀ, ਹਿਮਾਚਲ ਪ੍ਰਦੇਸ਼ ਦੇ ਵਿੱਚ। ਠੀਕ ਹੈ ਜੀ, ਇਹ ਧਿਆਨ 'ਚ ਰੱਖ ਲੈਣਾ। 1991 ਦੇ ਵਿੱਚ ਆਪਾਂ ਪੜ੍ਹ ਕੇ ਗਏ ਸੀਗੇ। ਠੀਕ ਹੈ ਜੀ, ਅਗਲਾ ਹੈ ਜੀ ਆਪਣੇ ਕੋਲ ਹਾਈ ਕੋਰਟ ਦੇ ਅਧਿਕਾਰ ਖੇਤਰ ਨੂੰ ਵਧਾਉਣ ਜਾਂ ਘਟਾਉਣ ਦਾ ਅਧਿਕਾਰ ਕਿਹਦੇ ਕੋਲ ਹੈ ਜੀ? ਸੰਸਦ ਦੇ ਕੋਲ ਹੈ ਜੀ। ਹਾਂਜੀ, ਕੁਝ ਇੰਪੋਰਟੈਂਟ ਫੈਕਟ ਜਿਹੜੇ ਧਿਆਨ 'ਚ ਰੱਖਣੇ ਆ। ਇੱਕ ਤੋਂ ਵੱਧ ਰਾਜਾਂ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਅਧਿਕਾਰ ਖੇਤਰ ਵਾਲੀਆਂ ਹਾਈ ਕੋਰਟ, ਇਹ ਨੋਟ ਕਰਕੇ ਰੱਖਣਾ, ਵੈਰੀ ਵੈਰੀ ਇੰਪੋਰਟੈਂਟ ਹੈ। ਬੰਬੇ ਹਾਈ ਕੋਰਟ ਕਿਹੜੇ ਕਿੱਥੇ ਕਿੰਨਾ ਦੀ ਬੰਬੇ ਹਾਈ ਕੋਰਟ ਆ? ਮਹਾਰਾਸ਼ਟਰ ਦੀ ਵੀ ਬੰਬੇ ਆ, ਦਾਦਰਾ ਨਗਰ ਹਵੇਲੀ, ਦਮਨ ਦਿਊ, ਇੱਕ ਹੀ ਹੈ ਇਹ ਕੇਂਦਰ ਸ਼ਾਸਿਤ ਪ੍ਰਦੇਸ਼, ਤੇ ਗੋਆ। ਠੀਕ ਹੈ ਜੀ, ਮਹਾਰਾਸ਼ਟਰ ਤੇ ਗੋਆ 2 ਸਟੇਟ ਹੋ ਗਏ ਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਦਾਦਰਾ ਤੇ ਨਗਰ ਹਵੇਲੀ, ਦਮਨ ਤੇ ਦੀਪ। ਠੀਕ ਹੈ, ਇੱਕ ਹੀ ਹੈ, ਇਹਦੀ ਹਾਈ ਕੋਰਟ ਬੰਬਈ ਹੈ। ਕਲਕੱਤਾ ਹਾਈ ਕੋਰਟ, ਇਹਦੇ ਵਿੱਚ ਪੱਛਮੀ ਬੰਗਾਲ, ਵੈਸਟ ਬੰਗਾਲ ਤੇ ਅੰਡੇਮਾਨ ਨਿਕੋਬਾਰ ਦੇ ਟਾਪੂ। ਠੀਕ ਹੈ ਜੀ, ਉਹਦੀ ਕਲਕੱਤਾ ਹੈ। ਮਦਰਾਸ, ਇਹਦੀ ਤਾਮਿਲਨਾਡੂ ਤੇ ਪਾਂਡੀਚੇਰੀ। ਠੀਕ ਹੈ ਜੀ, ਇਹ ਮਦਰਾਸ ਹੈ। ਗੁਹਾਟੀ ਦੇ ਵਿੱਚ 4 ਆਉਂਦੀਆਂ ਜੀ, ਅਸਾਮ, ਨਾਗਾਲੈਂਡ, ਮਿਜ਼ੋਰਮ ਤੇ ਅਰੁਣਾਚਲ ਪ੍ਰਦੇਸ਼। ਠੀਕ ਹੈ ਜੀ, ਇਹਦਾ ਜੇ ਆਪਾਂ ਕੋਡ ਬਣਾਈਏ ਤਾਂ ਕੀ ਬਣ ਜਾਏਗਾ? ਨਾਮ ਬਣ ਜਾਏਗਾ NAAM। N ਤੇ ਨਾਗਾਲੈਂਡ, A ਤੇ ਅਸਾਮ, A ਤੇ ਅਰੁਣਾਚਲ ਪ੍ਰਦੇਸ਼ ਤੇ M ਤੇ ਮਿਜ਼ੋਰਮ। ਠੀਕ ਹੈ, M ਤੇ ਮਣੀਪੁਰ ਵੀ, M ਤੇ ਮੇਘਾਲਿਆ ਵੀ ਹੁੰਦਾ, ਧਿਆਨ ਰੱਖ ਲੈਣਾ। M ਤੇ ਕੀ ਲੈਣਾ ਜੀ ਆਪਾਂ? ਮਿਜ਼ੋਰਮ ਲੈਣਾ। ਠੀਕ ਹੈ ਜੀ, ਨਾਮ ਸ਼ਬਦ ਯਾਦ ਕਰ ਲਿਓ ਗੁਹਾਟੀ ਦੇ ਲਈ। M ਤੇ ਮਿਜ਼ੋਰਮ ਧਿਆਨ 'ਚ ਰੱਖਣਾ, ਬਾਕੀ ਟਰੇਸ ਹੋ ਜਾਏਗਾ। ਕੇਰਲਾ ਹਾਈ ਕੋਰਟ, ਠੀਕ ਹੈ ਜੀ, ਇਹਦੇ ਵਿੱਚ ਕੇਰਲ ਤੇ ਲਕਸ਼ਦੀਪ ਹੈ, ਇਹ ਟਾਪੂ ਇਹਦੇ ਅਧਿਕਾਰ ਖੇਤਰ ਵਿੱਚ ਆਉਂਦੇ ਆ। ਪੰਜਾਬ ਤੇ ਹਰਿਆਣਾ ਦੇ ਵਿੱਚ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦਾ ਇਹ ਖੇਤਰ ਆਉਂਦਾ ਜੀ। ਵੈਰੀ ਵੈਰੀ ਇੰਪੋਰਟੈਂਟ ਹੈ ਜੀ, ਇਹ ਧਿਆਨ 'ਚ ਰੱਖ ਲੈਣਾ ਸਾਰਿਆਂ ਨੇ ਇਹ। ਠੀਕ ਹੈ ਜੀ, ਦਾਦਰਾ ਨਗਰ ਹਵੇਲੀ, ਇਹ ਹੁਣ ਅਸਲ ਦੇ ਵਿੱਚ ਦਮਨ ਦਿਊ ਤੇ ਦਾਦਰਾ ਨਗਰ ਹਵੇਲੀ ਬਣ ਗਿਆ। ਇਹਦੀ ਹਾਈ ਕੋਰਟ ਕਿਹੜੀ ਹੈ ਜੀ? ਬੰਬਈ। ਤੇ ਗੋਆ ਦੀ ਵੀ ਬੰਬੇ ਆ, ਮਹਾਰਾਸ਼ਟਰ ਦੀ ਵੀ ਬੰਬੇ, ਧਿਆਨ ਰੱਖ ਲੈਣਾ। ਗੁਹਾਟੀ ਦਾ ਆਪਾਂ ਕੋਡ ਬਣਾਇਆ ਸੀ ਨਾਮ। ਠੀਕ ਹੈ ਜੀ, ਹਾਂਜੀ। N ਤੇ ਆਪਣੇ ਕੋਲ ਕਿਹੜਾ ਸੀਗਾ ਜੀ? ਨਾਗਾਲੈਂਡ। A ਤੇ ਅਸਾਮ ਸੀ, ਅਗਲੇ A ਤੇ ਅਰੁਣਾਚਲ ਪ੍ਰਦੇਸ਼ ਸੀ ਤੇ ਮਿਜ਼ੋਰਮ ਸੀਗਾ। ਠੀਕ ਹੈ ਜੀ, ਕਲਕੱਤਾ ਦੇ ਵਿੱਚ ਪੱਛਮੀ ਬੰਗਾਲ, ਵੈਸਟ ਬੰਗਾਲ ਤੇ ਅੰਡੇਮਾਨ ਨਿਕੋਬਾਰ ਦੀਪ ਸਮੂਹ, ਅੰਡੇਮਾਨ ਨਿਕੋਬਾਰ ਦੀਪ ਸਮੂਹ। ਠੀਕ ਹੈ ਜੀ, ਇਹ ਧਿਆਨ ਰੱਖ ਲੈਣਾ, ਵੈਰੀ ਵੈਰੀ ਇੰਪੋਰਟੈਂਟ ਹੈ। ਮਦਰਾਸ ਦੀ ਵਿੱਚ ਤਾਮਿਲਨਾਡੂ ਤੇ ਪੋਂਡੀਚੇਰੀ। ਹਾਂਜੀ, ਕਿਹੜੇ ਰਾਜਾਂ ਦੇ ਵਿੱਚ ਸਾਂਝੀ ਹਾਈ ਕੋਰਟ ਹੈ? ਹਾਂਜੀ, ਮਹਾਰਾਸ਼ਟਰ ਤੇ ਗੋਆ ਦੇ ਵਿੱਚ ਬੰਬਈ ਹਾਈ ਕੋਰਟ ਸਾਂਝੀ ਹੈ ਜੀ ਇਹਦੀ। ਠੀਕ ਹੈ ਜੀ, ਇਹ ਧਿਆਨ ਰੱਖ ਲੈਣਾ। ਗੁਹਾਟੀ ਹਾਈ ਕੋਰਟ ਦਾ ਕਿਸ ਰਾਜ ਦੇ ਕੋਈ ਅਧਿਕਾਰ ਖੇਤਰ ਨਹੀਂ, ਇਹਦੇ ਲਈ ਆਪਾਂ ਬਣਾਇਆ ਸੀ ਗੁਹਾਟੀ ਲਈ ਨਾਮ। ਨਾਗਾਲੈਂਡ, ਅਸਾਮ, ਅਰੁਣਾਚਲ ਪ੍ਰਦੇਸ਼ ਤੇ ਮਿਜ਼ੋਰਮ।
ਅਸਾਮ ਵੀ ਹੈਗਾ, ਮੇਘਾਲਿਆ ਹੈ ਨਹੀਂਗਾ, ਇਹ ਹੈ ਨਹੀਂਗਾ ਜੀ, ਬਾਕੀ ਸਾਰੇ ਹੈਗੇ ਆ। ਰਾਈਟ ਆਨਸਰ ਮੇਘਾਲਿਆ। ਅੰਡੇਮਾਨ ਨਿਕੋਬਾਰ ਟਾਪੂਆਂ ਦੀ ਨਿਆਇਕ ਰਾਜਧਾਨੀ ਕਿਹੜੀ ਹੈ ਜੀ? ਇਹ ਕਲਕੱਤਾ ਜੀ, ਠੀਕ ਹੈ ਜੀ। ਲਦਾਖ ਦੀ ਹਾਈ ਕੋਰਟ ਇਹ ਜੰਮੂ ਕਸ਼ਮੀਰ ਹੈ ਜੀ। ਹੇਠਾਂ ਦਿੱਤੇ ਹਾਈ ਕੋਰਟਾਂ ਵਿੱਚੋਂ ਕਿਸ ਦਾ ਅਧਿਕਾਰ ਖੇਤਰ ਲਕਸ਼ਦੀਪ ਦੇ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਨਾਲ ਜੁੜਿਆ ਹੋਇਆ? ਲਕਸ਼ਦੀਪ ਨਾਲ ਕੇਰਲ ਦਾ ਜੁੜਿਆ ਹੋਇਆ ਜੀ। ਸਾਰੇ ਦੇ ਸਾਰੇ ਇੰਪੋਰਟੈਂਟ ਕੁਐਸਚਨ ਹੈ ਜੀ ਇਹ। ਕਲਕੱਤਾ ਅੱਗੇ ਕੁਝ ਇੰਪੋਰਟੈਂਟ ਫੈਕਟ ਜਿਹੜੇ ਧਿਆਨ 'ਚ ਰੱਖਣੇ ਜੀ। ਕਲਕੱਤਾ ਹਾਈ ਕੋਰਟ ਸਭ ਤੋਂ ਪੁਰਾਣੀ ਹਾਈ ਕੋਰਟ ਹੈ, 1862 ਦੇ ਵਿੱਚ ਇਹਦੀ ਸਥਾਪਨਾ ਹੋਈ ਸੀਗੀ, ਠੀਕ ਹੈ ਜੀ। ਆਂਧਰਾ ਪ੍ਰਦੇਸ਼ ਹੈ ਜਿਹੜੀ ਉਹ ਸਭ ਤੋਂ ਨਵੀਂ 25ਵੀਂ ਹਾਈ ਕੋਰਟ ਹੈ, ਠੀਕ ਹੈ ਜੀ। ਸਿੱਕਮ ਦੀ ਜਿਹੜੀ ਹਾਈ ਕੋਰਟ ਹੈ ਸਭ ਤੋਂ ਛੋਟੀ ਹਾਈ ਕੋਰਟ ਹੈ, ਸਿਰਫ 3 ਜੱਜਾਂ ਦੀ ਹਾਈ ਕੋਰਟ ਹੈ। 1975 'ਚ ਦੀ ਸਥਾਪਨਾ ਹੋਈ ਸੀ ਸਿੱਕਮ ਦੀ, ਠੀਕ ਹੈ ਜੀ। ਜਿਹੜਾ ਸਿੱਕਮ ਹੈ ਉਹਨੂੰ ਆਪਾਂ 36ਵੀਂ ਸੋਧ ਰਾਈ, ਠੀਕ ਹੈ ਜੀ, 1975 ਦੇ ਵਿੱਚ ਐਜ਼ ਆ ਸਟੇਟ ਇਹਨੂੰ ਬਣਾਇਆ ਸੀ। ਇਸ ਤੋਂ ਪਹਿਲਾਂ ਇਹ ਭਾਰਤ ਦਾ ਹਿੱਸਾ ਨਹੀਂ ਸੀਗਾ, ਇੱਥੇ ਰਾਜਾ ਰਾਜ ਕਰਦਾ ਹੁੰਦਾ ਸੀ ਇੱਕ। ਇਲਾਹਾਬਾਦ ਹਾਈ ਕੋਰਟ ਹੈ ਸਭ ਤੋਂ ਵੱਡੀ ਹਾਈ ਕੋਰਟ ਹੈ, ਇਹਦੇ ਵਿੱਚ ਜੱਜਾਂ ਦੀ ਗਿਣਤੀ 160 ਹੈ, ਠੀਕ ਹੈ ਜੀ। ਧਿਆਨ ਰੱਖ ਲੈਣਾ, ਵੈਰੀ ਵੈਰੀ ਇੰਪੋਰਟੈਂਟ ਫੈਕਟ ਹੈ ਸਾਰੀ। ਭਾਰਤ ਦੀ ਸਭ ਤੋਂ ਵੱਡੀ ਹਾਈ ਕੋਰਟ ਕਿਹੜੀ ਹੈ ਜੀ? ਇਲਾਹਾਬਾਦ ਹਾਈ ਕੋਰਟ ਹੈ, ਉੱਤਰ ਪ੍ਰਦੇਸ਼ ਦੀ ਹੈ ਜੀ ਇਹ। ਭਾਰਤ ਦੀ ਪਹਿਲੀ ਹਾਈ ਕੋਰਟ ਦੀ ਸਥਾਪਨਾ ਇਹ ਕਲਕੱਤਾ ਦੀ ਸੀ ਜੀ, ਠੀਕ ਹੈ, 1862 ਦੇ ਵਿੱਚ ਹੋਈ ਸੀ। ਇਹ ਲਿਖਿਆਂ ਵਿੱਚੋਂ ਕਿਹੜਾ ਭਾਰਤ ਦੀ ਸਭ ਤੋਂ ਪੁਰਾਣੀ ਹਾਈ ਕੋਰਟ ਹੈ? ਸਭ ਤੋਂ ਪੁਰਾਣੀ ਉਹੀ ਕਲਕੱਤਾ ਹਾਈ ਕੋਰਟ 1862 ਵਾਲੀ ਜੀ। ਹਾਈ ਕੋਰਟ ਦਾ ਗਠਨ ਦੀ ਗੱਲ ਕਰਦੇ ਹਾਂ ਆਪਾਂ। ਆਰਟੀਕਲ 216, ਹਰੇਕ ਰਾਜ ਦੇ ਵਿੱਚ ਇੱਕ ਹਾਈ ਕੋਰਟ ਦਾ ਗਠਨ ਹੋਏਗਾ ਜਿਹਦੇ ਵਿੱਚ ਇੱਕ ਚੀਫ ਜਸਟਿਸ ਤੇ ਹੋਰ ਦੂਜੇ ਜੱਜ ਹੋਣਗੇ, ਤੇ ਰਾਸ਼ਟਰਪਤੀ ਸਮੇਂ ਦੇ ਨਾਲ ਨਾਲ ਜਿੰਨੀ ਜ਼ਰੂਰਤ ਹੈ ਉਸ ਹਿਸਾਬ ਨਾਲ ਹੋਰ ਜੱਜਾਂ ਦੀ ਨਿਯੁਕਤੀ ਕਰੇਗਾ। ਸੰਵਿਧਾਨ ਉੱਚ ਅਦਾਲਤ ਦੇ ਜੱਜਾਂ ਦੀ ਗਿਣਤੀ ਨੂੰ ਨਹੀਂ ਦਰਸਾਉਂਦਾ। ਸੰਵਿਧਾਨ ਦੇ ਵਿੱਚ ਵੀ ਇੱਕ ਹਾਈ ਕੋਰਟ 'ਚ ਕਿੰਨੇ ਜੱਜ ਹੋਣਗੇ ਸੰਵਿਧਾਨ ਉਹਦੇ ਬਾਰੇ ਚੁੱਪ ਹੈ, ਠੀਕ ਹੈ। ਇਹ ਸਾਰੇ ਇਖਤਿਆਰ ਕਿਹਨੂੰ ਦਿੱਤੇ ਗਏ ਆ? ਰਾਸ਼ਟਰਪਤੀ ਨੂੰ ਦਿੱਤੇ ਗਏ ਆ। ਰਾਸ਼ਟਰਪਤੀ ਦੇਖਦਾ ਜੱਜਾਂ ਦਾ ਕਿੰਨਾ ਕੁ ਕੰਮ ਦਾ ਬੋਝ ਹੈਗਾ, ਠੀਕ ਹੈ ਜੀ, ਤੇ ਫਿਰ ਉਹਦੇ ਹਿਸਾਬ ਦੇ ਨਾਲ ਉਹ ਜੱਜਾਂ ਦੀ ਗਿਣਤੀ ਨਿਰਧਾਰਤ ਕਰਦਾ ਹੈ। ਜੱਜਾਂ ਦੀ ਨਿਯੁਕਤੀ, ਹਾਈ ਕੋਰਟ ਦੇ ਜੱਜਾਂ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ। ਇਸ ਦੇ ਲਈ ਉਹ ਚੀਫ ਜਸਟਿਸ ਹਾਈ ਕੋਰਟ ਦੇ ਮੁੱਖ ਜੱਜ ਦੀ ਸਲਾਹ ਲੈ ਸਕਦਾ ਹੈ, ਰਾਜ ਦੇ ਰਾਜਪਾਲ ਦੀ ਸਲਾਹ ਲੈ ਸਕਦਾ ਹੈ, ਜਾਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀ ਵੀ ਸਲਾਹ ਲੈ ਸਕਦਾ ਹੈ, ਠੀਕ ਹੈ। ਧਿਆਨ ਰੱਖਣਾ ਇਹ। ਤੇ ਜੇ ਇਕੱਲੇ ਚੀਫ ਜਸਟਿਸ ਦੀ ਨਿਯੁਕਤੀ ਕਰਨੀ ਹੈ ਫਿਰ ਰਾਜਪਾਲ ਦੀ ਸਲਾਹ ਲਏਗਾ ਤੇ ਸੁਪਰੀਮ ਕੋਰਟ ਦੇ ਮੁੱਖ ਜੱਜ ਦੀ ਸਲਾਹ ਲਏਗਾ, ਠੀਕ ਹੈ ਜੀ। ਇਹ ਧਿਆਨ ਰੱਖ ਲੈਣਾ। ਹੋਰ ਜੱਜਾਂ ਦੀ ਨਿਯੁਕਤੀ ਕਰਨੀ ਹੈ ਰਾਜ ਦੇ ਵਿੱਚ ਤਾਂ ਫਿਰ ਉਸ ਰਾਜ ਦੇ ਮੁੱਖ ਜੱਜ ਦੀ, ਰਾਜਪਾਲ ਦੀ ਸਲਾਹ ਲਿੱਤੀ ਜਾਂਦੀ ਹੈ। ਚੀਫ ਜਸਟਿਸ ਤੋਂ ਇਲਾਵਾ ਹਾਈ ਕੋਰਟ ਦੇ ਵਿੱਚ ਸੰਵਿਧਾਨ ਵਿੱਚ ਕਿੰਨੇ ਜੱਜ ਹੈ? ਹਾਂਜੀ, ਇਹਦੇ ਬਾਰੇ ਕੋਈ ਸੀਮਾ ਤੈਅ ਨਹੀਂ ਗੀ, ਕਿਉਂਕਿ ਆਪਣੇ 25 ਹਾਈ ਕੋਰਟਸ ਹੈ ਤੇ ਵੱਖ-ਵੱਖ ਹਾਈ ਕੋਰਟ ਦੀਆਂ ਜਿਹੜੇ ਜੱਜਾਂ ਦੀ ਗਿਣਤੀ ਵੱਖ-ਵੱਖ ਹੈ। ਹਾਈ ਕੋਰਟ ਦੇ ਜੱਜਾਂ ਦੀ ਨਿਯੁਕਤੀ ਲਈ ਰਾਸ਼ਟਰਪਤੀ ਦੁਆਰਾ ਹੇਠਾਂ ਕਿਸ ਦੀ ਸਲਾਹ ਲਈ ਜਾਂਦੀ ਹੈ? ਹਾਂਜੀ, ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀ ਵੀ ਲਈ ਜਾਂਦੀ ਹੈ, ਸੰਬੰਧਿਤ ਰਾਜ ਦੇ ਹਾਈ ਕੋਰਟ ਦੇ ਚੀਫ ਜਸਟਿਸ ਦੀ ਵੀ ਲਈ ਜਾਂਦੀ ਹੈ, ਸੰਬੰਧਿਤ ਰਾਜਪਾਲ ਦੀ ਵੀ ਲਿੱਤੀ ਜਾਂਦੀ ਹੈ। ਉਪਰੋਕਤ ਸਾਰੇ ਆਏਗਾ ਜੀ। ਇਨ ਇੰਡੀਆ ਚੀਫ ਜਸਟਿਸ ਆਫ ਹਾਈ ਕੋਰਟ ਇਜ਼ ਅਪੁਆਇੰਟਡ ਬਾਈ, ਇਹ ਰਾਸ਼ਟਰਪਤੀ ਦੁਆਰਾ ਇਹਦੀ ਚੀਫ ਜਸਟਿਸ ਦੇ ਹਾਈ ਕੋਰਟ ਨੂੰ ਅਪੁਆਇੰਟ ਕੀਤਾ ਜਾਂਦਾ ਜੀ। ਹਾਂਜੀ, ਜੱਜ ਬਣਨ ਦੀਆਂ ਯੋਗਤਾਵਾਂ ਕੀ? ਹਾਈ ਕੋਰਟ ਦੇ ਜੱਜ ਬਣਨ ਦੀਆਂ ਯੋਗਤਾਵਾਂ: ਭਾਰਤ ਦਾ ਨਾਗਰਿਕ ਹੋਵੇ, 10 ਸਾਲ ਤੱਕ ਉਹ ਜੱਜ ਰਿਹਾ ਹੋਵੇ ਹੇਠਲੀ ਅਦਾਲਤ ਦੇ ਵਿੱਚ, ਜਾਂ 10 ਸਾਲ ਤੱਕ ਉਹਨੇ ਉੱਚ ਅਦਾਲਤ ਦੇ ਵਿੱਚ ਵਕੀਲ ਰਿਹਾ ਹੋਵੇ, ਠੀਕ ਹੈ। ਹਾਈ ਕੋਰਟ ਦੇ ਵਿੱਚ 10 ਸਾਲ ਵਕੀਲ ਰਿਹਾ ਹੋਵੇ ਜਾਂ 10 ਸਾਲ ਤੱਕ ਹੇਠਲੀਆਂ ਅਦਾਲਤਾਂ ਦੇ ਵਿੱਚ ਜੱਜ ਰਿਹਾ ਹੋਵੇ। ਦੋਵਾਂ 'ਚ 10-10 ਸਾਲ ਹੈ। ਜੇ ਆਪਾਂ ਗੱਲ ਕਰੀਏ ਸੁਪਰੀਮ ਕੋਰਟ ਦੇ ਜੱਜ ਬਣਨ ਦੇ ਲਈ, ਉਹ 'ਚ 5 ਤੇ 10 ਹੈ। ਐਡਵੋਕੇਟ 10 ਸਾਲ ਦੀ ਸਰਵਿਸ ਕੀਤੀ ਹੋਵੇ, ਐਜ਼ ਆ ਜੱਜ 5 ਸਾਲ ਦੀ ਕੀਤੀ ਹੋਵੇ, ਠੀਕ ਹੈ। ਐਜ਼ ਆ ਜੱਜ ਉਹਨੇ ਹਾਈ ਕੋਰਟ ਦੇ ਜੱਜ ਦੀ ਗੱਲ ਕਰਦੀ ਉੱਥੇ 5 ਸਾਲ ਦੀ ਹੋਵੇ। ਇੱਥੇ ਦੋਵਾਂ 'ਚ 10-10 ਧਿਆਨ ਰੱਖ ਲੈਣਾ। ਹਾਂਜੀ, ਹਾਈ ਕੋਰਟ ਦਾ ਜੱਜ ਬਣਨ ਦੀ ਨਿਯੁਕਤੀ ਦੀ ਘੱਟੋ ਘੱਟ ਉਮਰ ਹੈ, ਸੰਵਿਧਾਨ ਉਹਦੇ ਬਾਰੇ ਚੁੱਪ ਹੈ, ਉਹਦੇ ਵਿੱਚ ਕੋਈ ਨਿਰਧਾਰਤ ਨਹੀਂ ਕੀਤਾ ਗਿਆ ਜੀ। ਹਾਂਜੀ, ਹਾਈ ਕੋਰਟ ਦੇ ਜੱਜ ਬਣਨ ਦੇ ਲਈ ਹਾਈ ਕੋਰਟ ਦੇ ਵਕੀਲ ਵਜੋਂ ਘੱਟੋ ਘੱਟ ਕਿੰਨੇ ਸਾਲ ਦਾ ਜਿਹੜਾ ਪ੍ਰੈਕਟਿਸ ਕੀਤੀ ਹੋਵੇ? 10 ਸਾਲ ਦੀ ਪ੍ਰੈਕਟਿਸ ਕੀਤੀ ਹੋਵੇ। ਹਾਂਜੀ, ਸਹੁੰ ਦੀ ਗੱਲ ਕਰਦੇ ਹਾਂ। ਜਿਹੜਾ ਹਾਈ ਕੋਰਟ ਦੇ ਜੱਜ ਹੈ ਜਿਹੜੇ ਸੰਵਿਧਾਨ ਪ੍ਰਤੀ ਸੱਚੇ ਵਿਸ਼ਵਾਸ, ਵਫਾਦਾਰੀ, ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬਰਕਰਾਰ ਰੱਖਣ ਦੇ ਲਈ ਰਾਜਪਾਲ ਅੱਗੇ ਸਹੁੰ ਚੁੱਕਦੇ ਆ। ਕਲੀਅਰ ਹੋ ਗਿਆ ਜੀ। ਕੌਣ ਸਹੁੰ ਚੁਕਾਉਂਦਾ ਹੈ? ਉਸ ਰਾਜ ਦਾ ਰਾਜਪਾਲ। ਤਨਖਾਹ ਤੇ ਭੱਤਿਆਂ ਦੀ ਗੱਲ ਕਰ ਲਈਏ, ਜਿਹੜਾ ਹਾਈ ਕੋਰਟ ਦਾ ਚੀਫ ਜਸਟਿਸ ਸਾਨੂੰ 2.5 ਲੱਖ ਰੁਪਏ ਪ੍ਰਤੀ ਮਹੀਨਾ ਤੇ ਹੋਰ ਦੂਜੇ ਜੱਜਾਂ ਨੂੰ 2,50,000 ਰੁਪਏ ਪ੍ਰਤੀ ਮਹੀਨਾ ਜਿਹੜੀ ਤਨਖਾਹ ਮਿਲਦੀ ਹੈ, ਇਹ ਤਨਖਾਹ ਉਸ ਰਾਜ ਦੇ ਕੰਸੋਲੀਡੇਟਡ ਫੰਡ ਵਿੱਚੋਂ ਜਾਏਗੀ, ਠੀਕ ਹੈ। ਜਿਸ ਰਾਜ ਦੇ ਵਿੱਚੋਂ ਜੱਜ ਅਪੁਆਇੰਟ ਹੈ ਉਸ ਰਾਜ ਦੇ ਕੰਸੋਲੀਡੇਟਡ ਫੰਡ ਦੇ ਵਿੱਚੋਂ ਇਹਨਾਂ ਜੱਜਾਂ ਨੂੰ ਪੇ ਕੀਤਾ ਜਾਏਗਾ। ਨੋਟ ਕਰਨਾ, ਵੈਰੀ ਵੈਰੀ ਇੰਪੋਰਟੈਂਟ। ਹਾਈ ਕੋਰਟ ਦੇ ਜੱਜਾਂ ਦੀ ਜਿਹੜੀ ਪੈਨਸ਼ਨ ਹੈ ਉਹ ਭਾਰਤ ਦੇ ਕੰਸੋਲੀਡੇਟਡ ਫੰਡ ਵਿੱਚੋਂ ਜਾਂਦੀ ਹੈ, ਠੀਕ ਹੈ। ਪੈਨਸ਼ਨ ਹੈ ਉਹ ਭਾਰਤ ਦੇ ਕੰਸੋਲੀਡੇਟਡ ਫੰਡ ਵਿੱਚੋਂ ਜਾਏਗੀ, ਪਰ ਜਿਹੜੀ ਤਨਖਾਹ ਹੈ ਉਸ ਸਟੇਟ ਦੇ ਕੰਸੋਲੀਡੇਟਡ ਫੰਡ ਵਿੱਚੋਂ ਜਾਏਗੀ। ਕਾਰਜਕਾਲ ਦੀ ਗੱਲ ਕਰਦੇ ਹਾਂ, ਵੱਧ ਤੋਂ ਵੱਧ 62 ਸਾਲ ਦੀ ਉਮਰ ਤੱਕ ਸੁਪਰੀਮ ਕੋਰਟ ਦੇ ਜੱਜ 65 ਸਾਲ ਦੀ ਤੱਕ, ਹਾਈ ਕੋਰਟ ਦੇ 62 ਸਾਲ ਦੀ ਉਮਰ ਤੱਕ ਰਹਿ ਸਕਦੇ ਹੈ। 15ਵੀਂ ਸੋਧ 1963 ਵਿੱਚ ਹੋਈ ਸੀਗੀ। ਉਸ ਤੋਂ ਪਹਿਲਾਂ ਇਹ 60 ਸਾਲ ਸੀ ਸੇਵਾ ਮੁਕਤੀ ਦੀ ਉਮਰ, ਬਾਅਦ ਵਿੱਚ ਕਿੰਨੀ ਕਰ ਦਿੱਤੀ ਗਈ? ਇਹ ਸੋਧ ਦੁਆਰਾ 15ਵੀਂ ਸੋਧ ਦੁਆਰਾ 62 ਸਾਲ ਕਰ ਦਿੱਤੀ ਗਈ। ਇਹ ਧਿਆਨ 'ਚ ਰੱਖ ਲੈਣੇ ਸਾਰੇ ਫੈਕਟ। ਹਾਂਜੀ, ਕਿਸੇ ਰਾਜ ਦੇ ਹਾਈ ਕੋਰਟ ਦੇ ਜੱਜਾਂ ਦੀ ਤਨਖਾਹ ਤੇ ਭੱਤੇ ਕਿਸ ਫੰਡ 'ਚੋਂ ਦਿੱਤੇ ਜਾਂਦੇ ਹੈ? ਠੀਕ ਹੈ ਜੀ, ਤਨਖਾਹ ਤੇ ਭੱਤਿਆਂ ਦੀ ਗੱਲ ਹੋ ਰਹੀ ਹੈ, ਨਾ ਕਿ ਪੈਨਸ਼ਨ ਦੀ। ਉਸ ਸੰਬੰਧਿਤ ਰਾਜ ਦੇ ਕੰਸੋਲੀਡੇਟਡ ਫੰਡ ਵਿੱਚੋਂ ਦਿੱਤੇ ਜਾਂਦੇ ਆ। ਜੇ ਪੈਨਸ਼ਨ ਹੁੰਦੀ ਫਿਰ ਭਾਰਤ ਸਰਕਾਰ ਦੇ ਫਿਰ ਆਉਤਰ ਬਣਨਾ ਸੀਗਾ, ਠੀਕ ਹੈ ਜੀ, ਕੰਸੋਲੀਡੇਟਡ ਫੰਡ ਵਿੱਚੋਂ ਦਿੱਤੇ ਜਾਂਦੇ। ਹਾਈ ਕੋਰਟ ਦਾ ਜੱਜ ਆਪਣੇ ਅਹੁਦੇ ਅਤੇ ਗੁਪਤਤਾ ਦਾ ਐਲਾਨ ਕਿਸ ਦੇ ਸਾਹਮਣੇ ਕਰਦਾ? ਯਾਨੀ ਕਿ ਉਹਦੀ ਦੀ ਸਹੁੰ ਉਹਨੂੰ ਕੌਣ ਚੁਕਾਉਂਦਾ? ਉਹਨੂੰ ਰਾਜਪਾਲ ਚੁਕਾਉਂਦਾ ਜੀ, ਹਾਈ ਕੋਰਟ ਦੇ ਜੱਜ। ਰਿਮੂਵਲ ਆਫ ਹਾਈ ਕੋਰਟ ਜੱਜ ਕਿਵੇਂ ਹਟਾ ਸਕਦੇ ਆ ਹਾਈ ਕੋਰਟ ਦੇ ਜੱਜਾਂ ਨੂੰ? ਉਹੀ 2 ਤਰੀਕੇ ਹੈ, ਦੁਰਵਿਵਹਾਰ ਜਾਂ ਅਸਮਰਥਤਾ ਦੇ ਆਧਾਰ ਤੇ। ਉਹਨਾਂ ਨੂੰ ਕਾਰਜਕਾਲ ਤੋਂ ਪਹਿਲਾਂ ਵੀ ਹਟਾਇਆ ਜਾ ਸਕਦਾ ਹੈ, ਜਾਂ ਕੋਈ ਵੀ ਜੱਜ ਰਾਸ਼ਟਰਪਤੀ ਨੂੰ ਸੰਬੋਧਿਤ ਕਰਕੇ ਆਪਣਾ ਅਸਤੀਫਾ ਦੇ ਸਕਦਾ ਹੈ। ਅਪੁਆਇੰਟਮੈਂਟ ਆ ਰਾਸ਼ਟਰਪਤੀ ਕਰਦਾ ਹੈ, ਸਹੁੰ ਰਾਜਪਾਲ ਚੁਕਾਉਂਦਾ ਹੈ, ਧਿਆਨ ਰੱਖ ਲੈਣਾ। ਜੱਜਾਂ ਦੇ ਕੁਝ ਪਾਬੰਦੀਆਂ ਉਹ ਕੀ ਹੈ? ਸੰਵਿਧਾਨ ਦੀ ਧਾਰਾ 220 ਦੇ ਤਹਿਤ ਜਿਹੜਾ ਹਾਈ ਕੋਰਟ ਦਾ ਜਿਹੜਾ ਜੱਜ ਹੈ ਸੇਵਾ ਮੁਕਤੀ ਤੋਂ ਬਾਅਦ ਹਾਈ ਕੋਰਟ ਜਾਂ ਹਾਈ ਕੋਰਟ ਦੇ ਅਧੀਨ ਅਦਾਲਤਾਂ ਦੇ ਵਿੱਚ ਪ੍ਰੈਕਟਿਸ ਨਹੀਂ ਕਰ ਸਕਦਾ, ਪਰ ਸੁਪਰੀਮ ਕੋਰਟ
ਜਾਂ ਹੋਰ ਹਾਈ ਕੋਰਟ ਦੇ ਵਿੱਚ ਪ੍ਰੈਕਟਿਸ ਕਰ ਸਕਦਾ ਹੈ। ਜਿਵੇਂ ਪੰਜਾਬ ਐਂਡ ਹਰਿਆਣਾ ਕੋਰਟ ਦੇ ਵਿੱਚੋਂ ਕੋਈ ਜੱਜ ਹੈ ਜਿਹੜਾ ਉਹ ਰਿਟਾਇਰਡ ਹੋ ਜਾਂਦਾ ਹੈ, ਤਾਂ ਉਹ ਲੁਧਿਆਣੇ ਦੀ ਕੋਰਟ ਦੇ ਵਿੱਚ ਪ੍ਰੈਕਟਿਸ ਨਹੀਂ ਕਰ ਸਕਦਾ, ਨਾ ਹੀ ਪੰਜਾਬ ਐਂਡ ਹਰਿਆਣਾ ਕੋਰਟ ਦੀ ਵਿੱਚ ਉਹ ਪ੍ਰੈਕਟਿਸ ਨਹੀਂ ਕਰ ਸਕਦਾ, ਪਰ ਉਹ ਬੰਬੇ ਹਾਈ ਕੋਰਟ ਦੇ ਵਿੱਚ ਪ੍ਰੈਕਟਿਸ ਕਰ ਸਕਦਾ, ਸੁਪਰੀਮ ਕੋਰਟ ਦੇ ਵਿੱਚ ਪ੍ਰੈਕਟਿਸ ਕਰ ਸਕਦਾ ਐਜ਼ ਅ ਲਾਇਰ। ਠੀਕ ਹੈ, ਧਿਆਨ ਰੱਖ ਲੈਣਾ, ਐਜ਼ ਅ ਐਡਵੋਕੇਟ। ਹਾਂਜੀ, ਉੱਚ ਅਦਾਲਤ ਦੇ ਅਧਿਕਾਰ ਖੇਤਰ ਤੇ ਸ਼ਕਤੀਆਂ ਦੀ ਗੱਲ ਕਰਦੇ ਹਾਂ। ਹਾਂਜੀ, ਮੂਲ ਅਧਿਕਾਰ ਇਹਦੇ ਕੋਲ ਹੈਗਾ ਜੀ, ਲਿਖਤੀ ਅਧਿਕਾਰ ਹੈਗਾ, ਅਪੀਲੀ ਅਧਿਕਾਰ ਹੈਗਾ, ਸੁਪਰਵਾਈਜ਼ਰੀ ਅਧਿਕਾਰ ਹੈਗਾ, ਅਧੀਨ ਅਦਾਲਤਾਂ ਨੂੰ ਕੰਟਰੋਲ ਕਰਨ ਦਾ, ਅਦਾਲਤੀ ਰਿਕਾਰਡ ਦਾ, ਤੇ ਜੁਡੀਸ਼ੀਅਲ ਰਿਵਿਊ ਦੀ ਸਮੀਖਿਆ ਵੀ ਹੈਗੀ ਹੈ ਜੀ। ਠੀਕ ਹੈ ਜੀ, ਇਹ ਆਪਾਂ ਪਹਿਲਾਂ ਪੜ੍ਹ ਕੇ ਗਏ ਹਾਂ। ਜੁਡੀਸ਼ੀਅਲ ਰਿਵਿਊ ਹੈ ਜਿਹੜਾ, ਉਹ ਉੱਥੇ ਆਪਾਂ ਗਲਤ ਪੜ੍ਹ ਗਏ। ਇਹ ਦੋਵਾਂ ਕੋਲ ਪਾਵਰ ਹੈ, ਹਾਈ ਕੋਰਟ ਕੋਲ ਵੀ ਪਾਵਰ ਹੈ ਤੇ ਸੁਪਰੀਮ ਕੋਰਟ ਕੋਲ ਵੀ ਪਾਵਰ ਹੈ। ਇਹ ਨੋਟ ਕਰ ਲੈਣਾ ਜੀ ਤੁਸੀਂ, ਉੱਥੇ ਮੈਂ ਸ਼ਾਇਦ ਤੁਹਾਨੂੰ ਗਲਤ ਪੜ੍ਹਾ ਗਿਆ ਜਿੱਥੇ ਤੱਕ ਮੇਰੇ ਧਿਆਨ 'ਚ ਆ ਰਿਹਾ। ਹਾਂਜੀ, ਸੰਸਦ ਅਤੇ ਰਾਜ ਵਿਧਾਨ ਸਭਾਵਾਂ ਦੀ ਚੋਣ ਸੰਬੰਧੀ ਚੋਣ ਪਟੀਸ਼ਨਾਂ ਡੈਸ਼ ਤੋਂ ਪਹਿਲਾਂ ਦਾਇਰ ਕੀਤੀਆਂ ਜਾ ਸਕਦੀਆਂ ਹਨ। ਅੱਛਾ ਜੀ, ਚੋਣ ਸੰਬੰਧੀ ਜਿਹੜੀਆਂ ਪਟੀਸ਼ਨਾਂ ਹੈ ਉਹ ਹਮੇਸ਼ਾ ਹਾਈ ਕੋਰਟ ਦੇ ਵਿੱਚ ਦਾਇਰ ਕੀਤੀਆਂ ਜਾਂਦੀਆਂ। ਠੀਕ ਹੈ, ਮੰਨ ਲਓ ਕੋਈ ਐਮਐਲਏ ਦੀ ਚੋਣ ਸੰਬੰਧੀ ਕੋਈ ਅਪਵਾਦ ਪੈਦਾ ਹੋ ਗਿਆ ਕੋਈ, ਤੇ ਉਹਦੀ ਜਿਹੜੀ ਉਹ ਐਮਐਲਏ ਆ ਉਹਦੇ ਵਿਰੁੱਧ ਹਾਈ ਕੋਰਟ ਵਿੱਚ ਜਾ ਸਕਦਾ ਹੈ। ਲੋਕ ਅਦਾਲਤ, ਠੀਕ ਹੈ ਜੀ, ਲੋਕ ਅਦਾਲਤ ਹੈ ਇਹ ਕਾਨੂੰਨੀ ਝਗੜਿਆਂ ਨੂੰ ਨਿਪਟਾਰੇ ਦਾ ਇੱਕ ਵਿਧਾਨਿਕ ਮੰਚ ਹੈ। ਲੀਗਲ ਸਰਵਿਸ ਅਥਾਰਟੀ ਐਕਟ 1987 2002, ਇਹ ਧਿਆਨ 'ਚ ਰੱਖ ਲੈਣਾ, ਸੋਧ ਕਰਕੇ 2002 ਦਾ ਬਣਿਆ ਸੀਗਾ। ਲੀਗਲ ਸਰਵਿਸ ਅਥਾਰਟੀ ਐਕਟ 1987 ਦੇ ਤਹਿਤ ਜਨ ਉਪਯੋਗੀ ਸੇਵਾਵਾਂ ਕਿਹੜੀਆਂ ਜਿਹਦੇ ਵਿੱਚ ਸੁਲਹ ਸਫਾਈ ਕਰਾਉਣੀ, ਵਿਵਾਦਾਂ ਦੇ ਸੰਬੰਧ ਵਿੱਚ ਵਿਵਾਦ ਨਿਪਟਾਉਣੇ, ਤਾਂ ਉਹਦੇ ਤਹਿਤ ਲੋਕ ਅਦਾਲਤਾਂ ਦੀ ਸਥਾਪਨਾ ਕੀਤੀ ਗਈ ਹੈ। ਇਹ ਧਿਆਨ ਰੱਖਣਾ, ਲੋਕ ਅਦਾਲਤਾਂ ਦੀ ਸਥਾਪਨਾ ਕਿਹੜੇ ਐਕਟ ਤਹਿਤ ਕੀਤੀ ਗਈ ਹੈ, ਉਹ ਹੈ ਲੀਗਲ ਸਰਵਿਸ ਅਥਾਰਟੀ ਐਕਟ 1987 ਦਾ, ਬਾਅਦ ਵਿੱਚ ਇਹਨੂੰ ਸੋਧ ਦਿੱਤਾ ਗਿਆ 2002 ਵਿੱਚ। ਹਾਂਜੀ, ਅਪਰਾਧਿਕ ਵਿਵਾਦਾਂ ਨੂੰ ਛੱਡ ਕੇ ਜਿਨ੍ਹਾਂ ਦਾ ਨਿਪਟਾਰਾ ਨਹੀਂ ਕੀਤਾ ਜਾ ਸਕਦਾ, ਜਾਣੀ ਕਿ ਬਹੁਤ ਹੀ ਸੰਗੀਨ ਜਿਹੜੇ ਫੌਜਦਾਰੀ ਮੁਕੱਦਮੇ ਹੈ, ਕਤਲ ਕੁਤਲ ਵਾਲੇ, ਜਿਨ੍ਹਾਂ ਦਾ ਨਿਪਟਾਰਾ ਨਹੀਂ ਹੋ ਸਕਦਾ, ਉਹਨਾਂ ਨੂੰ ਛੱਡ ਕੇ ਬਾਕੀ ਸਾਰੇ ਦੀਵਾਨੀ ਫੌਜਦਾਰੀ ਮਾਮਲੇ ਜਿਹੜੇ ਕਿ ਅਦਾਲਤਾਂ ਵਿੱਚ ਪੈਂਡਿੰਗ ਪਏ ਆ ਲੰਬੇ ਸਮੇਂ ਤੋਂ, ਲੋਕ ਅਦਾਲਤ ਸੁਖਾਵੇਂ ਤਰੀਕੇ ਦੇ ਨਾਲ ਉੱਥੇ ਲਿਆਂਦੇ ਜਾ ਸਕਦੇ ਆ। ਠੀਕ ਹੈ, ਨਿਪਟਾਏ ਜਾ ਸਕਦੇ ਆ। ਲੋਕ ਅਦਾਲਤ ਦੇ ਫੈਸਲੇ ਅੰਤਿਮ ਹੁੰਦੇ ਆ ਤੇ ਇਹਨਾਂ ਫੈਸਲਿਆਂ ਦੇ ਵਿਰੁੱਧ ਅਪੀਲ ਨਹੀਂ ਕੀਤੀ ਜਾ ਸਕਦੀ, ਕਿਉਂਕਿ ਲੋਕ ਅਦਾਲਤ ਦੇ ਵਿੱਚ ਜਿੰਨੇ ਵੀ ਫੈਸਲੇ ਹੁੰਦੇ ਆ ਉਹ ਰਜ਼ਾਮੰਦੀ ਨਾਲ ਹੁੰਦੇ ਆ, ਦੋਹਾਂ ਧਿਰਾਂ ਦੀ ਸਹਿਮਤੀ ਨਾਲ ਹੁੰਦੇ ਆ। ਜਦੋਂ ਦੋਨੋਂ ਧਿਰਾਂ ਹੀ ਸਹਿਮਤ ਹੋ ਗਈਆਂ ਫਿਰ ਅਪੀਲ ਕਿਹਨੇ ਕਰਨੀ ਹੈ ਗਾ, ਇਸ ਕਰਕੇ ਇੱਥੇ ਅਪੀਲ ਦੀ ਕੋਈ ਪ੍ਰੋਵੀਜ਼ਨ ਨਹੀਂ ਹੁੰਦੀ। ਤੇ ਇਹ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਲੋਕ ਅਦਾਲਤਾਂ ਸਥਾਪਿਤ ਕੀਤੀਆਂ ਗਈਆਂ। ਠੀਕ ਹੈ ਜੀ, ਇਹਦੇ ਵਿੱਚ ਇੰਪੋਰਟੈਂਟ ਫੈਕਟ ਹੈਗਾ 1987 ਦਾ ਲੀਗਲ ਸਰਵਿਸ ਅਥਾਰਟੀ ਐਕਟ ਦੇ 2002 ਵਿੱਚ ਸੋਧ ਕੀਤੀ ਗਈ। ਠੀਕ ਹੈ ਜੀ, ਇਹ ਧਿਆਨ 'ਚ ਰੱਖ ਲੈਣਾ। ਹਾਂਜੀ, ਭਾਰਤੀ ਨਿਆਂ ਪ੍ਰਣਾਲੀ ਦੇ ਵਿੱਚ ਰਿਟ ਜਾਰੀ ਕੀਤੀ ਜਾਂਦੀ ਹੈ। ਇਹ ਦੋਨਾਂ ਕੋਲ ਹੀ ਹੈ, ਸੁਪਰੀਮ ਕੋਰਟ ਤੇ ਹਾਈ ਕੋਰਟ ਦੋਨੋਂ ਹੀ ਰਿਟ ਜਾਰੀ ਕਰ ਸਕਦੀਆਂ। ਹਾਈ ਕੋਰਟ ਆਪਣੇ ਅਧੀਨ ਅਦਾਲਤਾਂ ਅਤੇ ਅਰਧ ਨਿਆਇਕ ਸੰਸਥਾਵਾਂ ਦੇ ਵਿਰੁੱਧ ਇੱਕ ਸਰਟੀਓਰੀ ਜਾਰੀ ਕਰਦੀ ਹੈ। ਸਰਟੀਓਰੀ ਕੀ ਹੈ, ਇਹਦੇ ਵਿੱਚ ਜਿਹੜੀ ਹਾਇਰ ਕੋਰਟ ਆ ਲੋਅਰ ਕੋਰਟ ਨੂੰ ਇੱਕ ਆਦੇਸ਼ ਦਿੰਦੀ ਹੈ। ਠੀਕ ਹੈ ਜੀ, ਵੀ ਤੂੰ ਇਹ ਜਿਹੜਾ ਤੇਰੇ ਕੋਲ ਪਿਆ ਚੱਲ ਰਿਹਾ, ਇਹ ਕੋਈ ਸੁਣਵਾਈ ਕਰ ਰਿਹਾ, ਇਹਨੂੰ ਮੇਰੇ ਕੋਲ ਭੇਜ ਦੇ। ਠੀਕ ਹੈ, ਜਾਂ ਇਹਦੇ ਵਿੱਚ ਤੂੰ ਫੈਸਲੇ ਗਲਤ ਦਿੱਤਾ ਹੈ, ਇਹਨੂੰ ਵਾਪਸ ਲੈ ਲਾ। ਹਾਂਜੀ, ਕਦੋਂ ਸਰਟੀਓਰੀ ਜਾਰੀ ਕਰਦੀ ਹੈ ਦੱਸਣਾ, ਜਦੋਂ ਫੈਸਲੇ ਅਤੇ ਆਦੇਸ਼ ਦੇ ਵਿੱਚ ਕਾਨੂੰਨ ਦੀ ਕੋਈ ਗਲਤੀ ਹੁੰਦੀ ਹੈ, ਲੋਅਰ ਕੋਰਟ ਨੇ ਗਲਤ ਫੈਸਲਾ ਦਿੱਤਾ, ਨਿਰਣਾ ਜਾਂ ਆਦੇਸ਼ ਪਾਸ ਕਰਨ ਵਿੱਚ ਕੁਦਰਤੀ ਨਿਆਂ ਦੇ ਸਿਧਾਂਤ ਦੀ ਉਲੰਘਣਾ ਹੁੰਦੀ ਹੈ। ਠੀਕ ਹੈ, ਜਿਹੜਾ ਲਾਅ ਪ੍ਰਿੰਸੀਪਲ ਉਹਦੀ ਉਲੰਘਣਾ ਹੁੰਦੀ ਹੈ। ਫੈਸਲੇ ਜਾਂ ਆਦੇਸ਼ ਪਾਸ ਕਰਨ ਲਈ ਅਧਿਕਾਰ ਖੇਤਰ ਤੋਂ ਵੱਧ ਐਕਟ ਕੀਤਾ ਜਾਂਦਾ, ਜਿੰਨਾ ਉਹਦਾ ਲੋਅਰ ਕੋਰਟ ਦਾ ਅਧਿਕਾਰ ਖੇਤਰ ਉਸ ਤੋਂ ਬਾਹਰ ਜਾ ਕੇ ਉਹਨੇ ਫੈਸਲੇ ਦੀ ਸੁਣਵਾਈ ਕਰਤੀ। ਠੀਕ ਹੈ, ਤਾਂ ਇਹਦੇ ਦੇ ਵਿੱਚ ਇਹਨਾਂ ਤਿੰਨਾਂ ਮਾਮਲਿਆਂ ਦੇ ਵਿੱਚ ਸਰਟੀਓਰੀ ਜਾਰੀ ਕੀਤੀ ਜਾਂਦੀ ਹੈ ਹਾਇਰ ਕੋਰਟ ਦੁਆਰਾ ਲੋਅਰ ਕੋਰਟ ਨੂੰ। ਹਾਈ ਕੋਰਟ ਦੇ ਜੱਜਾਂ ਦੇ ਆਚਰਣ ਤੇ ਬਹਿਸ ਕਿਤੇ ਹੋ ਸਕਦੀ ਹੈ। ਹਾਈ ਕੋਰਟ ਦੇ ਜੱਜਾਂ ਤੇ ਬਹਿਸ ਕਿਤੇ ਵੀ ਨਹੀਂ ਹੋ ਸਕਦੀ, ਨਾ ਤਾਂ ਰਾਜ ਸਭਾ ਦਾ ਕੋਈ ਮੈਂਬਰ ਬੋਲ ਸਕਦਾ ਜੱਜਾਂ ਦੇ ਆਚਰਣ ਤੇ, ਨਾ ਲੋਕ ਸਭਾ ਦਾ, ਨਾ ਹੀ ਵਿਧਾਨ ਸਭਾ ਦਾ, ਨਾ ਹੀ ਵਿਧਾਨ ਪਰਿਸ਼ਦ ਦਾ। ਠੀਕ ਹੈ ਜੀ, ਕਿਤੇ ਵੀ ਨਹੀਂ ਹੋ ਸਕਦੀ ਇਹ। ਹੇਠਾਂ ਦਿੱਤੇ ਵਿੱਚੋਂ ਕਿਸ ਜੱਜ ਨੂੰ ਇੱਕ ਹਾਈ ਕੋਰਟ ਤੋਂ ਦੂਜੇ ਹਾਈ ਕੋਰਟ ਵਿੱਚ ਤਬਦੀਲ ਕਰਨ ਦੀ ਸ਼ਕਤੀ ਹੈ? ਇਹ ਜੱਜਾਂ ਦੀ ਟ੍ਰਾਂਸਫਰ ਦੀ ਸ਼ਕਤੀ ਕਿਹਦੇ ਕੋਲ ਹੈ? ਇਹ ਭਾਰਤ ਦੇ ਰਾਸ਼ਟਰਪਤੀ ਕੋਲ ਹੈ ਜੀ। ਹਾਈ ਕੋਰਟ ਦੇ ਜੱਜਾਂ ਨੂੰ ਕੌਣ ਹਟਾ ਸਕਦਾ ਹੈ? ਹਾਈ ਕੋਰਟ ਦੇ ਜੱਜਾਂ ਨੂੰ ਜਿਹੜਾ ਹੈ ਰਾਸ਼ਟਰਪਤੀ ਹਟਾ ਸਕਦਾ ਹੈ। ਪਰ ਕਿਵੇਂ ਹਟਾ ਸਕਦਾ ਹੈ? ਜੇ ਸੰਸਦ ਬਹੁਮਤ ਨਾਲ ਮਤਾ ਪਾਸ ਕਰੇ। ਠੀਕ ਹੈ ਜੀ, ਫਿਰ ਇਹਦਾ ਆਨਸਰ ਕੀ ਬਣ ਜਾਏਗਾ? ਸੰਸਦ ਬਹੁਮਤ ਦੁਆਰਾ ਪਾਸ ਕੀਤੇ ਗਏ ਸਦਨ ਦੇ ਮਤੇ ਤੇ ਰਾਸ਼ਟਰਪਤੀ ਹਟਾ ਸਕਦਾ ਹੈ। ਆਪਸ਼ਨ ਏ ਬਣੇਗੀ ਇਹਦਾ ਰਾਈਟ ਆਨਸਰ। ਜਿਹੜੀ ਹਾਈ ਕੋਰਟ ਨੇ ਸਭ ਤੋਂ ਪਹਿਲਾਂ ਬੰਦ ਨੂੰ ਗੈਰ ਸੰਵਿਧਾਨਿਕ ਕਰਾਰ ਦਿੱਤਾ ਸੀ, ਜਿਹੜਾ ਬੰਦ ਹੈ ਵੀ ਭਾਰਤ ਬੰਦ ਕਹਿ ਦਿੰਦੇ ਸੀਗੇ, ਉਹਨੂੰ ਗੈਰ ਸੰਵਿਧਾਨਿਕ ਕਰਾਰ ਦਿੱਤਾ ਸੀਗਾ ਕੇਰਲਾ ਹਾਈ ਕੋਰਟ ਨੇ। ਵੈਰੀ ਇੰਪੋਰਟੈਂਟ ਫੈਕਟ ਹੈ। ਹਾਂਜੀ, ਭਾਰਤ ਵਿੱਚ ਮੋਬਾਈਲ ਕੋਡ ਕਿਸ ਦੇ ਦਿਮਾਗ ਦੀ ਉਪਜ ਹੈ? ਇਹ ਜਸਟਿਸ ਭਗਵਤੀ, PN ਭਗਵਤੀ ਦੀ ਜਿਹੜੀ ਹੈ ਇਹ ਦਿਮਾਗ ਦੀ ਉਪਜ ਹੈ। ਠੀਕ ਹੈ ਜੀ, ਜਿਹਨੂੰ ਆਪਾਂ ਫਾਦਰ ਆਫ PIL ਕਹਿੰਦੇ ਨੇ, ਪਬਲਿਕ ਇੰਟਰਸਟ ਲਿਟੀਗੇਸ਼ਨ ਕਹਿੰਦੇ ਨੇ। ਤੇ ਮੈਨੂੰ ਉਮੀਦ ਹੈ ਅੱਜ ਦਾ ਜਿਹੜਾ ਸੈਸ਼ਨ ਆਪ ਜੀ ਨੂੰ ਪਸੰਦ ਆਇਆ ਹੋਵੇਗਾ। ਧੰਨਵਾਦ।